ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾ। ਦੀਵਾਨ ਹਮਾਰੋ ਤੁਹੀ ਏਕ, ਸੇਵਾ ਥਾਰੀ ਗੁਰਹਿ ਟੇਕ। ਦੀਵਾਨ ਹਮਾਰੋ ਤੁਹੀ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ, ਪਰਮ ਸਨਮਾਨਯੋਗ ਗੁਰੂ ਕਾ ਰੂਹ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਰਮ ਪਵਿੱਤਰ ਅੰਮ੍ਰਿਤਮਈ ਅਕਾਲੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਜੋ ਆਰੰਭ ਹੋਈ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 210 ਉੱਪਰ ਇਹ ਕਥਾ ਇਸ ਵੇਲੇ ਚੱਲ ਰਹੀ ਹੈ। ਗੌੜੀ ਰਾਗ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਰਮ ਪਵਿੱਤਰ ਬਚਨਾਂ ਦੀ, ਸ਼ਬਦਾਂ ਦੀ ਵਿਚਾਰ ਹੋ ਰਹੀ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 140 ਸ਼ਬਦਾਂ ਦੀ ਵਿਚਾਰ ਪਹਿਲਾਂ ਹੋਈ ਹੈ। ਇਸ ਤੋਂ ਅੱਗੇ ਜੋ ਸਤਿਗੁਰੂ ਮਹਾਰਾਜ ਉਪਦੇਸ਼ ਬਖਸ਼ ਰਹੇ ਨੇ, ਗੁਰੂ ਕਿਰਪਾ ਸਦਕਾ ਵਿਚਾਰੀ ਅਤੇ ਸੁਣੀ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਦੇ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਬਾਰਕ ਬਚਨ ਹਨ। ਵਾਹਿਗੁਰੂ ਦੇ ਸਨਮੁਖ ਬਚਨ ਕਰ ਰਹੇ ਨੇ ਹਜ਼ੂਰ ਕਿ ਦੀਵਾਨ ਹਮਾਰੋ ਤੁਹੀ ਏਕ। ਹੇ ਵਾਹਿਗੁਰੂ ਅਕਾਲ ਪੁਰਖ ਜੀ, ਕੇਵਲ ਤੇ ਕੇਵਲ ਸਾਡਾ ਆਸਰਾ ਤੁਸੀਂ ਇੱਕ ਹੀ ਹੋ। ਸਾਨੂੰ ਤੁਹਾਡਾ ਹੀ ਇੱਕ ਆਸਰਾ ਹੈ। ਦੀਵਾਨ ਸ਼ਬਦ ਦੇ ਅਰਥ ਦਰਬਾਰ ਵੀ ਹੈ, ਅਤੇ ਦੀਵਾਨ ਸ਼ਬਦ ਦਾ ਅਰਥ ਜਿਹੜੇ ਦੀਵਾਨ ਹੁੰਦੇ ਨੇ ਬਾਦਸ਼ਾਹਾਂ ਦੇ, ਸਲਾਹਕਾਰ ਆਦਿਕ, ਅਤੇ ਦੀਵਾਨ ਦਾ ਅਰਥ ਆਸਰਾ ਹੈ। ਦੀਵਾਨ ਹਮਾਰੋ ਤੁਹੀ ਏਕ। ਹੇ ਵਾਹਿਗੁਰੂ ਪਰਮਾਤਮਾ, ਇੱਕ ਤੂੰ ਹੀ ਸਾਡਾ ਦੀਵਾਨ ਆਸਰਾ ਹੈ। ਇੱਥੇ ਇਹੀ ਅਰਥ ਟੁਕੇਗਾ। ਸੇਵਾ ਥਾਰੀ ਗੁਰਹਿ ਟੇਕ। ਥਾਰੀ ਜੋ ਆਪ ਜੀ ਦੀ ਤੁਹਾਡੀ ਜੋ ਸੇਵਾ ਹੈ, ਭਾਵ ਭਗਤੀ ਹੈ, ਇਹ ਗੁਰਹਿ ਟੇਕ, ਗੁਰਾਂ ਦੀ ਟੇਕ ਵਿੱਚ ਰਹਿ ਕੇ, ਗੁਰਾਂ ਦੇ ਆਸਰੇ, ਗੁਰਾਂ ਦੇ ਸਹਾਰੇ ਹੀ ਤੁਹਾਡੀ ਸੇਵਾ ਭਗਤੀ ਅਸੀਂ ਕਰ ਸਕਦੇ ਹਾਂ। ਆਪੂ ਸਾਡੇ ਵਿੱਚ ਇੰਨਾ ਬਲ ਨਹੀਂ ਹੈ ਕਿ ਅਸੀਂ ਆਪ ਜੀ ਦੀ ਭਗਤੀ ਕਰ ਸਕੀਏ, ਤੁਹਾਡਾ ਸਿਮਰਨ ਕਰ ਸਕੀਏ। ਗੁਰਾਂ ਦੀ ਟੇਕ ਲੈ ਕੇ, ਗੁਰੂ ਸਾਹਿਬ ਜੀ ਦਾ ਸਹਾਰਾ ਲੈ ਕੇ, ਉਹਨਾਂ ਦੀ ਬਖਸ਼ਿਸ਼ ਨਾਲ ਅਸੀਂ ਤੁਹਾਡੀ ਸੇਵਾ ਭਗਤੀ ਕਰਦੇ ਹਾਂ। ਰਹਾਓ। ਅਨਕ ਜੁਗਤ ਨਹੀਂ ਪਾਇਆ। ਅਨੇਕਾਂ ਹੋਰ ਜੁਗਤੀਆਂ, ਢੰਗ ਤਰੀਕੇ, ਵਿਧੀਆਂ ਵਰਤ ਕੇ ਵੇਖੀਆਂ ਤਾਂ ਨਹੀਂ ਪਾਇਆ ਪਰਮਾਤਮਾ ਨੂੰ, ਨਹੀਂ ਪਾਇਆ ਪਰਮਾਤਮਾ ਦੇ ਗਿਆਨ ਨੂੰ। ਫਿਰ ਗੁਰ ਚਾਕਰ ਲੈ ਲਾਇਆ। ਪਰ ਸਤਿਗੁਰੂ ਮਹਾਰਾਜ ਦੇ ਅੱਗੇ ਜਦੋਂ ਅਸੀਂ ਝੁਕੇ, ਪੂਰੇ ਸਤਿਗੁਰੂ ਦੀ ਸ਼ਰਨ ਪਏ, ਤਾਂ ਸਤਿਗੁਰੂ ਜੀ ਨੇ ਸਾਨੂੰ ਲੈ ਕੇ ਚਾਕਰ ਲਾ ਦਿੱਤਾ ਪਰਮੇਸ਼ਰ ਦਾ। ਗੁਰੂ ਮਹਾਰਾਜ ਜੀ ਨੇ ਸਾਨੂੰ ਅੰਗੀਕਾਰ ਕਰ ਲਿਆ, ਪ੍ਰਵਾਨ ਕਰ ਲਿਆ ਆਪਣੇ ਚਰਨਾਂ ਵਿੱਚ, ਅਤੇ ਸਾਨੂੰ ਵਾਹਿਗੁਰੂ ਪਰਮਾਤਮਾ ਦਾ ਚਾਕਰ, ਨੌਕਰ, ਸੇਵਾਦਾਰ, ਗੋਲਾ ਬਣਾ ਕੇ ਸੇਵਾ 'ਚ ਲਾ ਦਿੱਤਾ। ਮਾਰੇ ਪੰਚ ਬਿਖਾਦੀਆ। ਬਿਖਾਦ ਹੁੰਦਾ ਝਗੜਾ, ਬਿਖਾਦੀਆ ਝਗੜਾਲੂ। ਜਿਹੜੇ ਪੰਜ ਝਗੜਾਲੂ ਸਨ ਨਾ, ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਇਹ ਪੰਜੇ ਜਿਹੜੇ ਝਗੜਾਲੂ ਸੀ, ਇਹ ਮਾਰ ਲਏ ਅਸਾਂ। ਸਤਿਗੁਰਾਂ ਦੀ ਬਖਸ਼ਿਸ਼ ਨਾਲ ਅਸੀਂ ਮਾਰੇ। ਗੁਰ ਕਿਰਪਾ ਤੇ ਦਲ ਸਾਧਿਆ। ਇਹਨਾਂ ਪੰਜਾਂ ਦਾ ਜਿਹੜਾ ਦਲ ਸੀ, ਜਿਵੇਂ ਮੋਹ ਨੂੰ ਸੈਨਾਪਤੀ ਮੰਨਿਆ, ਜਿਹੜਾ ਮੋਹ ਹੈ ਨਾ ਪੰਜਾਂ ਵਿੱਚੋਂ, ਘੱਟ ਇਹਨਾਂ 'ਚੋਂ ਕੋਈ ਵੀ ਨਹੀਂ, ਪਰ ਮੋਹ ਨੂੰ ਸੈਨਾਪਤੀ ਮੰਨਿਆ। ਇਹ ਮੋਹ ਸੈਨਾਪਤੀ ਹੈ ਅਤੇ ਬਾਕੀ ਇਹਦੇ ਨਾਲ ਦੇ ਸਿਪਾਹੀ, ਕਾਮ, ਕ੍ਰੋਧ, ਲੋਭ, ਹੰਕਾਰ। ਅਤੇ ਇਸੇ ਤਰ੍ਹਾਂ ਇਹਨਾਂ ਦੇ ਹੋਰ ਅੱਗੇ ਸਿਪਾਹੀ ਰੱਖੇ ਹੋਏ ਨੇ, ਜਿਵੇਂ ਆਸਾ, ਤ੍ਰਿਸ਼ਨਾ, ਵਾਸ਼ਨਾ, ਵੈਰ, ਵਿਰੋਧ, ਅਤੇ ਇਸੇ ਤਰ੍ਹਾਂ ਪੰਜ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਇਤਿਆਦਿਕ ਦੋਸ਼, ਵਿਕਾਰ ਸਾਰੇ ਜਿਹੜੇ ਚੰਬੜੇ ਹੋਏ ਨੇ।
ਇਹਨਾਂ ਦਾ ਜਿਹੜਾ ਦਲ ਸੀ ਨਾ, ਇਹਨਾਂ ਪੰਜਾਂ ਦਾ, ਇਹਨਾਂ ਵਿੱਚੋਂ ਹੀ ਅੱਗੇ ਹੋਰ ਅਨੇਕਾਂ ਵਿਕਾਰ ਅਤੇ ਅਪਰਾਧ ਅਤੇ ਪਾਪ ਨਿਕਲਦੇ ਜਨਮ ਲੈਂਦੇ ਨੇ। ਇਹ ਸਾਰਾ ਜਿਹੜਾ ਦਲ ਇਹਨਾਂ ਦੀ ਫੌਜ ਸੀ, ਇਹ ਸਾਧਿਆ, ਭਾਵ ਕਿ ਜਿੱਤ ਲਿਆ, ਅਧੀਨ ਕਰ ਲਿਆ, ਕਾਬੂ ਕਰ ਲਿਆ ਇਹਨਾਂ ਦੇ ਦਲ ਨੂੰ ਗੁਰਾਂ ਦੀ ਕਿਰਪਾ ਨਾਲ। ਬਖਸ਼ੀਸ ਵਜੋਂ ਮਿਲ ਏਕ ਨਾਮ, ਵਾਹਿਗੁਰੂ ਦੀ ਬਖਸ਼ਿਸ਼ ਵਜੋਂ। ਵੈਸੇ ਜਿਵੇਂ ਵਜਨ ਹੈ, ਵਜੋਂ ਸਾਹਿਬ ਕਾ ਸੇਵ ਬਰਾਨੀ, ਵਜੋਂ ਹੁੰਦਾ ਦਰਮਾਹਾ ਵਜੀਫਾ, ਔਰ ਇੱਥੇ ਅਰਥ ਹੈ ਬਖਸ਼ੀਸ਼ ਦੇ ਤੌਰ 'ਤੇ ਮਿਲਿਆ ਹੈ ਇੱਕ ਪਰਮਾਤਮਾ ਦਾ ਨਾਮ। ਸਾਨੂੰ ਬਖਸ਼ਿਸ਼ ਦੇ ਤੌਰ 'ਤੇ ਵਾਹਿਗੁਰੂ ਦੇ ਦਰ ਤੋਂ ਉਸ ਪਰਮਾਤਮਾ ਦਾ ਇੱਕ ਨਾਮ ਪ੍ਰਾਪਤ ਹੋਇਆ। ਸੂਖ ਸਹਿਜ ਆਨੰਦ ਬਿਸਰਾਮ, ਔਰ ਜਿਨ੍ਹਾਂ ਨੂੰ ਇਹ ਨਾਮ ਪ੍ਰਾਪਤ ਹੋ ਜਾਂਦਾ, ਉਹਨਾਂ ਦੇ ਹਿਰਦੇ ਅੰਦਰ ਜਿਹੜਾ ਸਦੀਵੀ ਕਾਇਮ ਰਹਿਣ ਵਾਲਾ ਸੁਖ ਹੈ ਅਤੇ ਸਹਿਜ ਗਿਆਨ ਹੈ, ਔਰ ਮਾਨਸਿਕ ਅਡੋਲਤਾ ਹੈ ਅਤੇ ਆਤਮਿਕ ਆਨੰਦ ਹੈ। ਇਹਦੇ ਵਿੱਚ ਵਿਸ਼ਰਾਮ, ਟਿਕਾ ਪ੍ਰਾਪਤ ਹੁੰਦਾ ਹੈ। ਇਹ ਅਸਥਾਨ, ਇਹ ਟਿਕਾਣਾ ਪ੍ਰਾਪਤ ਹੋ ਜਾਂਦਾ ਗੁਰਮੁਖ ਪਿਆਰਿਆਂ ਨੂੰ। ਪ੍ਰਭ ਕੇ ਚਾਕਰ ਸੇ ਭਲੇ, ਜਿਨ੍ਹਾਂ ਨੂੰ ਇਹ ਵਾਹਿਗੁਰੂ ਦੇ ਨਾਮ ਰੂਪੀ ਬਖਸ਼ਿਸ਼ ਪ੍ਰਾਪਤ ਹੋਈ ਹੈ ਅਤੇ ਸੁਖ ਸਹਿਜ ਅਤੇ ਆਨੰਦ ਅਤੇ ਵਿਸਰਾਮ, ਸ਼ਾਂਤੀ, ਟਿਕਾ ਪ੍ਰਾਪਤ ਹੋਇਆ, ਉਹ ਪ੍ਰਭੂ ਦੇ ਚਾਕਰ, ਪ੍ਰਭੂ ਦੇ ਸੇਵਕ, ਪਰਮਾਤਮਾ ਦੇ ਭਗਤ ਭਲੇ ਹਨ। ਨਾਨਕ ਤਿੰਨ ਮੁਖ ਉਜਲੇ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਉਹਨਾਂ ਦੇ ਮੁਖ ਹੀ ਉਜਲੇ ਨੇ। ਇਹ ਪਰਮਾਰਥ ਦੀ ਦੁਨੀਆ ਵਿੱਚ ਜਿਹੜੇ ਭਗਤ ਲੋਕ ਨੇ, ਉਹਨਾਂ ਦੇ ਮੁਖ ਉਜਲੇ ਨੇ, ਅਤੇ ਜਿਹੜੇ ਸੰਸਾਰੀ ਲੋਕ ਹਨ, ਉਹਨਾਂ ਦੀ ਦ੍ਰਿਸ਼ਟੀ ਵਿੱਚ ਬਹੁਤੇ ਸਤਿਕਾਰਯੋਗ ਰਾਜਨੀਤਿਕ, ਪੈਸਾ ਧੇਲਾ ਜਾਂ ਬਾਦਸ਼ਾਹ ਲੋਕ, ਜਿਨ੍ਹਾਂ ਦੇ ਕੋਲ ਰਾਜ ਹੈ ਜਾਂ ਮਾਇਆ ਹੈ, ਦਮੜੇ ਚਾਰ ਹਨ, ਕੌਡੀਆਂ ਹਨ, ਉਹਨਾਂ ਨੂੰ ਲੋਕ ਜ਼ਿਆਦਾ ਸਲਾਹੁੰਦੇ ਨੇ, ਵਡਿਆਉਂਦੇ ਨੇ, ਬੜੇ ਮਹਾਨ ਨੇ, ਬੜਾ ਕੁਛ ਉਹਨਾਂ ਬਣਾਇਆ। ਪਰ ਪਰਮਾਰਥ ਦੀ ਦੁਨੀਆ 'ਚ ਵਸਣ ਵਾਲਿਆਂ ਨੂੰ ਪਤਾ ਹੈ ਕਿ ਵਾਹਿਗੁਰੂ ਦੇ ਪਿਆਰੇ ਹੀ ਭਲੇ ਨੇ, ਉਹਨਾਂ ਦੇ ਮੁਖ ਹੀ ਉਜਲੇ ਨੇ ਇਸ ਦੁਨੀਆ ਵਿੱਚ ਵੀ। ਉਸ ਤਰ੍ਹਾਂ ਵੀ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਉਹਨਾਂ ਅੱਗੇ ਪਰਮੇਸ਼ਰ ਝੁਕਾ ਦਿੰਦਾ, ਇਸ ਕਰਕੇ ਉਹਨਾਂ ਦੇ ਮੁਖ ਹੀ ਉਜਲੇ ਨੇ। ਅਤੇ ਅੱਗੇ ਦਰਗਾਹ ਵਿੱਚ ਤਾਂ ਫਿਰ ਹੋਰ ਕਿਸੇ ਦਾ ਮੁਖ ਉਜਲਾ ਹੁੰਦਾ ਹੀ ਨਹੀਂ। ਸੇਵਕ ਦਰਗਾਹ ਸੁਰਖਰੂ ਵੇ ਮੁਖ ਮੁਖ ਕਾਲਾ, ਸੋ ਇਸ ਪ੍ਰਕਾਰ ਉਹਨਾਂ ਦੇ ਮੁਖ ਦੋਵਾਂ ਜਹਾਨਾਂ 'ਚ ਉਜਲੇ ਨੇ। ਗੌੜੀ ਮਹੱਲਾ ਪੰਜਵਾਂ। ਸਤਿਗੁਰੂ ਅਰਜਨ ਦੇਵ ਜੀ ਗੌੜੀ ਰਾਗਣੀ ਅੰਦਰ ਅਗਲਾ ਸ਼ਬਦ ਉਚਾਰਦੇ ਹਨ, ਜੀਅਰੇ ਓਲਾ ਨਾਮ ਕਾ। ਓਲਾ ਵੈਸੇ ਪੜਦੇ ਨੂੰ ਆਪਾਂ ਆਮ ਬੋਲੀ 'ਚ ਕਹਿੰਦੇ ਹਾਂ, ਪਰ ਇੱਥੇ ਅਰਥ ਹੈ ਓਲੇ ਦਾ ਆਸਰਾ। ਜੀਅਰੇ, ਹੇ ਮੇਰੀ ਜਿੰਦੇ, ਤੂੰ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਲੈ। ਵਾਹਿਗੁਰੂ ਦੇ ਨਾਮ ਦਾ ਆਸਰਾ ਹੀ ਮਹਾਨ ਆਸਰਾ ਹੈ। ਜਿਵੇਂ ਨਾਮਦੇਵ ਜੀ ਨੇ ਕਿਹਾ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ। ਹਜ਼ੂਰ ਨੇ ਕਿਹਾ, ਮੇਰੇ ਮਨ ਨਾਮ ਕੀ ਕਰ ਟੇਕ, ਵਾਹਿਗੁਰੂ ਦੇ ਨਾਮ ਦੀ ਟੇਕ ਲੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆਂ। ਐਸਾ ਵਾਹਿਗੁਰੂ ਦੇ ਨਾਮ ਦਾ ਸਹਾਰਾ ਹੈ। ਅਵਰ ਜੇ ਕਰਨ ਕਰਾਵਨੋ, ਤਿਨ ਮਹਿ ਭਉ ਹੈ ਜਾਮ ਕਾ। ਵਾਹਿਗੁਰੂ ਦੇ ਨਾਮ ਨੂੰ ਛੱਡ ਕੇ, ਨਾਮ ਦਾ ਸਹਾਰਾ ਤਿਆਗ ਕੇ ਹੋਰ ਆਸਰੇ ਲੈਣ ਵਾਸਤੇ ਜਿਹੜਾ ਕੁਛ ਕਰਨਾ ਕਰਾਉਣਾ ਹੈ, ਅਵਰ ਹੋਰ ਜੇ ਜੋ ਕੁਛ ਵੀ ਕਰਨਾ ਅਤੇ ਕਰਾਉਣਾ ਹੈ, ਉਹਨਾਂ ਕਰਮਾਂ ਦੇ ਵਿੱਚ ਤਿਨ ਮਹਿ ਭਉ ਹੈ ਜਾਮ ਕਾ। ਉਹ ਕਰਮ ਕਰਦਿਆਂ ਹੋਇਆਂ, ਉਹਨਾਂ ਕਰਮਾਂ 'ਚ ਵਸਦਿਆਂ ਹੋਇਆਂ, ਭਾਵੇਂ ਕੋਈ ਹੋਰ ਜਪ ਕਰ ਲਓ ਕਿਸੇ ਮੰਤਰ ਦਾ, ਕੋਈ ਤਪੱਸਿਆ ਕਰ ਲਓ, ਕੋਈ ਹੋਰ ਦਾਨ ਪੁੰਨ ਕਰ ਲਓ, ਤੀਰਥ ਯਾਤਰਾ ਕਰ ਲਓ, ਉੱਥੇ ਜਾਵਾਂ ਦਾ ਡਰ ਬਣਿਆ ਹੀ ਰਹਿੰਦਾ। ਆਤਮਿਕ ਮੌਤ ਦਾ ਡਰ ਭੈ ਬਣਿਆ ਰਹਿੰਦਾ। ਮਨ ਦੇ ਅੰਦਰ ਤੌਖਲਾ ਸਹਿਮ ਡਰ ਛਾਇਆ ਰਹਿੰਦਾ ਹੈ, ਖਾਸ ਕਰਕੇ ਸਰੀਰਕ ਮੌਤ ਦਾ ਵੀ, ਕਿਉਂਕਿ ਅਸੀਂ ਸਰੀਰ ਵਿੱਚ ਹੀ ਵੱਸਦੇ ਹਾਂ। ਦਾਨ ਪੁੰਨ ਦੂਜਾ ਤੀਜਾ ਕਰਮ ਕਰਕੇ ਸਰੀਰ ਤੋਂ ਬਾਹਰ ਨਹੀਂ ਜਾਂਦੇ। ਆਪਣੇ ਸਰੀਰ ਦੇ ਸੁੱਖਾਂ ਵਿੱਚ ਹੀ ਗਲਤਾਨ ਹੁੰਦਾ ਮਨ। ਸਤੋਗੁਣੀ ਵੀ ਜਿਹੜੇ ਲੋਕ ਨੇ, ਭਲੇ ਕਰਮ ਤਾਂ ਕਰਦੇ ਨੇ, ਪਰ ਚੌਥੇ ਪਦ ਵਿੱਚ ਨਹੀਂ ਸਿਮਰਨ ਤੋਂ ਬਗੈਰ ਜਾਇਆ ਜਾਂਦਾ। ਇਸ ਕਰਕੇ ਜਿਹੜਾ ਜੰਮਦਾ ਭਾਉ ਹੈ ਉਹ ਬਣਿਆ ਰਹਿੰਦਾ। ਰਹਾਉ ਅਵਰ ਯਤਨ ਨਹੀਂ ਪਾਈ ਹੈ। ਹੋਰ ਯਤਨਾਂ ਦੇ ਨਾਲ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਹੋਰ ਯਤਨਾਂ ਨਾਲ ਆਤਮਿਕ ਸੁਖ, ਆਤਮਿਕ ਆਨੰਦ, ਆਤਮ ਗਿਆਨ ਨਹੀਂ ਪ੍ਰਾਪਤ ਕੀਤਾ ਜਾਂਦਾ। ਵੱਡਾ ਭਾਗ ਹਰ ਧਿਆਈਆ। ਇਸ ਕਰਕੇ ਵੱਡੇ ਭਾਗ ਹੋਣ
ਤਾਂ ਹਰੀ ਪ੍ਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ। ਭਾਵ ਕਿ ਵਾਹਿਗੁਰੂ ਦੇ ਸਿਮਰਨ ਦੀ ਦਾਤ ਹੋਰਨਾਂ ਯਤਨਾਂ ਨਾਲ ਨਹੀਂ ਪ੍ਰਾਪਤ ਹੁੰਦੀ। ਵੱਡੇ ਭਾਗ ਹੋਣ ਪੂਰਬਲੇ ਜਨਮਾਂ ਦੇ, ਨਿਸ਼ਕਾਮ ਕਰਮ ਹੋਣ ਤਾਂ ਉਹਨਾਂ ਦੇ ਮੁਤਾਬਕ ਵਾਹਿਗੁਰੂ ਨੇ ਮਸਤਕ 'ਤੇ ਭਾਗ ਲਿਖਿਆ ਹੋਇਆ ਹੋਵੇ ਤਾਂ ਹਰੀ ਪ੍ਰਮਾਤਮਾ ਨੂੰ ਧਿਆਇਆ ਜਾਂਦਾ, ਸਿਮਰਿਆ ਜਾਂਦਾ। ਲੱਖ ਹਿਕਮਤੀ ਜਾਨੀਐ, ਲੱਖਾਂ ਹਿਕਮਤਾਂ ਸਿਆਣਪਾਂ ਚਤੁਰਾਈਆਂ ਜਿਹੜੀਆਂ ਜਾਣੀਆਂ ਜਾਂਦੀਆਂ ਹਨ, ਜਾਂ ਲੱਖਾਂ ਲੋਕ ਹਿਕਮਤੀ, ਹਿਕਮਤ ਜਾਣਨ ਵਾਲੇ। ਹਿਕਮਤ ਦਾ ਮਤਲਬ ਸਿਆਣੇ ਲੋਕ। ਆਗਿਆ ਤਿਲ ਨਹੀਂ ਮਾਨੀ, ਲੱਖਾਂ ਹਿਕਮਤਾਂ ਅੱਗੇ ਤਿਲ ਮਾਤਰ ਵੀ ਮੰਨੀਆਂ ਨਹੀਂ ਜਾਂਦੀਆਂ, ਪ੍ਰਵਾਨ ਨਹੀਂ ਚੜ੍ਹਦੀਆਂ, ਕਿਉਂਕਿ ਚਤੁਰਾਈ ਨਾ ਚਤੁਰਭੁਜ ਪਾਈ ਹੈ। ਸਹਿਸ ਸਿਆਣਪ ਪਵੈ ਨਾ ਤਾਓ, ਅਹੰ ਬੁੱਧ ਕਰਮ ਕਮਾਵਨੈ। ਹੋਰ ਜਿਹੜੀਆਂ ਸਿਆਣਪਾਂ ਉਹਨਾਂ ਨਾਲ ਹੰਗਤਾ ਨਹੀਂ ਮਿਟਦੀ। ਅਤੇ ਅਹੰ ਬੁੱਧੀ, ਹੰਗਤਾ ਵਾਲੀ ਬੁੱਧ ਨੂੰ ਧਾਰਨ ਕਰਕੇ, ਕਿਉਂਕਿ ਅਹੰ ਬੁੱਧੀ ਨਾਸ ਨਹੀਂ ਹੁੰਦੀ, ਹੰਗਤਾ ਵਾਲੀ ਬੁੱਧ ਨਾਸ ਨਹੀਂ ਹੁੰਦੀ। ਇਸ ਕਰਕੇ ਹੰਗਤਾ ਵਾਲੀ ਬੁੱਧ ਦੇ ਵਿੱਚ ਵਸਿਆ, ਹੰਗਤਾ ਵਾਲੀ ਬੁੱਧ ਨੂੰ ਧਾਰਨ ਕਰਕੇ ਜਿਹੜੇ ਕਰਮ ਕਮਾਉਣੇ ਹਨ ਉਹ ਇੰਝ ਨੇ। ਗ੍ਰਹਿ ਬਾਲੂ ਨੀਰ ਬਹਾਵਨ, ਜਿਸ ਤਰ੍ਹਾਂ ਬਾਲੂ ਰੇਤ ਦਾ ਕੋਈ ਘਰ ਬਣਾਏ ਅਤੇ ਜਦੋਂ ਪਾਣੀ ਚੜ੍ਹ ਕੇ ਆ ਜੇ, ਮੀਂਹ ਵਰਸੇ, ਹੜ੍ਹ ਦਾ ਪਾਣੀ ਉਹ ਰੇਤ ਦੀਆਂ ਕੰਧਾਂ ਨੂੰ ਝੱਟ ਢਾਹ ਕੇ ਅਤੇ ਰੋੜ ਕੇ ਸਾਰੀ ਰੇਤ ਨੂੰ ਲੈ ਜਾਂਦਾ। ਇਸ ਪ੍ਰਕਾਰ ਹੀ ਜਿਹੜੀ ਵਿਕਾਰਾਂ ਦੀ ਕਾਂਗ ਚੜ੍ਹ ਕੇ ਆਉਂਦੀ ਹੈ, ਜਾਂ ਹੰਕਾਰ ਅੰਦਰ ਗੱਜਦਾ ਮਨੁੱਖ ਦੇ, ਉਹ ਜਿਹੜੇ ਕਰਮ ਕਮਾਏ ਹੋਏ ਨੇ ਝੱਟ ਨਾਸ ਹੋ ਜਾਂਦੇ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਹ ਫਲ ਜਾਤ ਤਿਹ ਜਿਉ ਕੁੰਚਰ ਇਸਨਾਨ। ਪ੍ਰਭ ਕਿਰਪਾਲ ਕਿਰਪਾ ਕਰੈ। ਫਿਰ ਮਹਾਰਾਜ ਕੀ ਕਰੀਏ, ਵਾਹਿਗੁਰੂ ਦਾ ਨਾਮ ਨਹੀਂ ਪ੍ਰਾਪਤ ਹੁੰਦਾ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਟੇਕ ਵਾਹਿਗੁਰੂ 'ਤੇ ਰੱਖਣੀ ਪਏ। ਪ੍ਰਭੂ ਕਿਰਪਾਲੂ ਸਰੂਪ ਹੈ। ਜਦੋਂ ਵਾਹਿਗੁਰੂ ਪ੍ਰਮਾਤਮਾ ਕਿਰਪਾ ਕਰਦਾ ਹੈ ਤਾਂ ਨਾਮ ਨਾਨਕ ਸਾਧੂ ਸੰਗ ਮਿਲੈ। ਸਾਧੂ ਸਤਿਗੁਰਾਂ ਦੀ ਸੰਗਤ ਵਿੱਚ, ਸਾਧੂ ਸੁਧਰੇ ਹੋਏ ਸਾਧੇ ਹੋਏ ਮਨ ਵਾਲੇ ਗੁਰਮੁਖ ਜਨਾਂ, ਸਾਧੂਆਂ ਦੀ ਸੰਗਤ ਵਿੱਚੋਂ ਹੀ ਨਾਮ ਪ੍ਰਾਪਤ ਹੁੰਦਾ। ਕਿਉਂਕਿ ਚੋਰਾਂ ਦੀ ਸੰਗਤ ਵਿੱਚੋਂ ਤਾਂ ਚੋਰੀ ਦਾ ਸੁਭਾਅ ਮਿਲੇਗਾ, ਸ਼ਰਾਬੀਆਂ ਦੀ ਸੰਗਤ ਵਿੱਚੋਂ ਸ਼ਰਾਬ ਪੀਣ ਦੀ ਲੱਤ ਲੱਗ ਜਾਏਗੀ, ਵਿਕਾਰੀਆਂ ਦੀ ਸੰਗਤ ਵਿੱਚ ਤਾਂ ਵਿਕਾਰਾਂ ਦੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ। ਜੈਸੇ ਜੈਸੇ ਲੋਕਾਂ ਦੀ ਸੰਗਤ ਹੈ ਵੈਸਾ ਵੈਸਾ ਰੰਗ ਚੜ੍ਹਦਾ ਹੈ। ਇਸ ਕਰਕੇ ਸਾਧੂਆਂ ਦੇ ਸੰਗ ਵਿੱਚ ਰਹਿ ਕੇ ਹੀ ਨਾਮ ਜਪਣਾ ਮਿਲਦਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਅੰਦਰ ਸਤਿਗੁਰੂ ਅਰਜਨ ਦੇਵ ਜੀ ਦੇ ਮੁਬਾਰਕ ਬੋਲ। ਬਾਰਨ ਬਲਿਹਾਰਨ ਲੱਖ ਬਰੀਆ। ਹੇ ਭਾਈ, ਮੈਂ ਤਾਂ ਵਾਹਿਗੁਰੂ ਦੇ ਨਾਮ ਤੋਂ ਬਾਰਨੇ ਜਾਂਦਾ, ਵਾਰਨੇ ਫੇਰਨੇ ਜਾਂਦਾ, ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਇੱਕ ਵਾਰੀ ਨਹੀਂ, ਲੱਖਾਂ ਵਾਰੀ। ਹਉ ਕੁਰਬਾਨਾ ਜਾਓ ਮਿਹਰਬਾਨਾ, ਹਉ ਕੁਰਬਾਨਾ ਜਾਓ, ਹਉ ਕੁਰਬਾਨਾ ਜਾਓ, ਤਨਾ ਕਹਿ ਲੈਣ ਜੋ ਤੇਰਾ ਨਾਮ। ਇਹ ਨਾਮ ਦੇ ਪ੍ਰਤੀ ਹੀ ਸ਼ਰਧਾ। ਜਿੱਥੇ ਨਾਮ ਤੋਂ ਬਲਿਹਾਰਾਂ, ਨਾਮ ਦੇ ਜਪਣ ਵਾਲਿਆਂ ਤੋਂ ਵੀ ਬਲਿਹਾਰ। ਸੋ ਹਜ਼ੂਰ ਕਹਿੰਦੇ ਨੇ ਬਾਰਨ ਬਲਿਹਾਰਨ ਲੱਖ ਬਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਦਰਿਆ। ਹੈ ਭਾਈ, ਨਾਮ ਹੀ ਨਾਮ ਹੈ ਜੋ ਸਾਹਿਬ ਅਕਾਲ ਪੁਰਖ ਦਾ। ਉਸ ਨਾਮ ਦੀ ਗੱਲ ਕਰ ਰਹੇ ਹਾਂ ਜੋ ਸਾਹਿਬ ਅਕਾਲ ਪੁਰਖ ਦਾ ਨਾਮ ਹੈ। ਪ੍ਰਾਨ ਅਦਰਿਆ, ਇਹੋ ਸਾਡੇ ਪ੍ਰਾਣਾਂ ਦਾ ਹੁਣ ਆਸਰਾ ਬਣ ਗਿਆ ਹੈ। ਇਸ ਨਾਮ ਤੋਂ ਬਗੈਰ ਸਾਡੇ ਪ੍ਰਾਣ ਹੀ ਨਹੀਂ ਚੱਲ ਸਕਦੇ। ਨਾਮ ਹੀ ਹੈ ਜਿਹਦੇ ਪ੍ਰਤਾਪ ਨਾਲ ਸਾਡੇ ਪ੍ਰਾਣ ਚੱਲ ਰਹੇ ਨੇ। ਰਹਾਓ ਕਰਨ ਕਰਾਵਨ ਤੁਹੀ ਏਕ। ਅਸੀਂ ਤਾਂ ਇੰਝ ਬੇਨਤੀ ਕਰਦੇ ਹਾਂ ਵਾਹਿਗੁਰੂ ਦੇ ਚਰਨਾਂ 'ਚ, ਹੇ ਵਾਹਿਗੁਰੂ ਜੀ, ਤੁਸੀਂ ਕਰਨ ਵਾਲੇ ਹੋ ਸਾਰੇ ਜੀਆਂ ਨੂੰ ਪੈਦਾ, ਅਤੇ ਇਹਨਾਂ ਤੋਂ ਕਰਾਉਣ ਵਾਲੇ ਹੋ ਸਾਰੇ ਕਰਤੱਵ ਇੱਕੋ ਇੱਕ ਤੁਸੀਂ। ਤੁਸੀਂ ਇੱਕ ਹੀ ਕਰਨ ਵਾਲੇ ਅਤੇ ਕਰਾਉਣ ਵਾਲੇ ਹੋ। ਜੀ ਜੰਤ ਕੀ ਤੂਹੀ ਟੇਕ। ਜੀ ਜੋ ਵੱਡੇ ਹਨ, ਜੰਤ ਜੋ ਛੋਟੇ ਹਨ ਜੀਵ, ਇਹਨਾਂ ਸਾਰਿਆਂ ਜੀਆਂ ਜਨਤਾਂ ਦੀ ਇੱਕ ਟੇਕ ਤੁਸੀਂ ਹੋ। ਭਾਵ ਤੁਸੀਂ ਸਹਾਰਾ ਇਹਨਾਂ ਨੂੰ ਦੇ ਰਹੇ ਹੋ ਅਤੇ ਤੁਰੇ ਫਿਰਦੇ ਕੁਛ ਕਰਦੇ ਨੇ, ਬੋਲਦੇ ਚੱਲਦੇ ਨੇ। ਤੁਸੀਂ ਨਾ ਹੋ ਤਾਂ ਮਹਾਰਾਜ ਇਹ ਸਭ ਮੁਰਦੇ ਹੋ ਜਾਣਗੇ, ਇਹ ਖਾਕ 'ਚ ਮਿਲ ਜਾਣਗੇ। ਸਾਰਿਆਂ ਜੀਆਂ ਜਨਤਾਂ ਦੀ ਟੇਕ ਇੱਕ ਤੁਸੀਂ ਹੋ, ਸਹਾਰਾ ਤੁਸੀਂ ਹੋ। ਰਾਜ ਜੋਬਨ ਪ੍ਰਭ ਤੂੰ ਧਨੀ। ਜਿਹੜਾ ਰਾਜ ਪ੍ਰਾਪਤ ਹੋਣਾ ਇਹਦੇ ਵੀ ਧਨੀ ਤੁਸੀਂ ਮਾਲਕ ਹੋ। ਜੋਬਨ ਜਵਾਨੀ ਜਿਹੜੀ ਸਾਨੂੰ ਪ੍ਰਾਪਤ ਹੁੰਦੀ ਹੈ, ਸਰੀਰ ਦੀ ਜਵਾਨੀ, ਇਹਦੇ ਵੀ ਧਨੀ ਮਾਲਕ ਤੁਸੀਂ ਹੋ ਸੱਚੇ ਪਾਤਸ਼ਾਹ। ਜਿਹਨੂੰ ਤੁਸੀਂ ਰਾਜ ਬਖਸ਼ੋ ਉਹਨੂੰ ਮਿਲਦਾ, ਜਿਹਨੂੰ ਤੁਸੀਂ ਜਵਾਨ ਕਰੋ ਉਹ ਹੀ ਜਵਾਨ ਹੋ ਸਕਦਾ। ਸੋ ਇਸ ਪ੍ਰਕਾਰ ਜਿਹਨਾਂ ਚੀਜ਼ਾਂ ਦਾ ਮਾਣ ਮਨੁੱਖ ਕਰਦਾ, ਇਹਦੇ ਧਨੀ ਮਾਲਕ ਤੁਸੀਂ ਹੋ। ਮਾਣ ਇਹਨੂੰ ਛੱਡ ਦੇਣਾ ਚਾਹੀਦਾ।
ਤੂੰ ਨਿਰਗੁਣ ਤੂੰ ਸਰਗੁਣੀ। ਤੁਹਾਡਾ ਉਹ ਸਰੂਪ ਜਦੋਂ ਤੁਸੀਂ ਤਿੰਨਾਂ ਗੁਣਾਂ ਵਾਲੀ ਮਾਇਆ ਨੂੰ ਅੰਗੀਕਾਰ ਨਹੀਂ ਸੀ ਕੀਤਾ, ਉਹ ਤੁਸੀਂ ਨਿਰਗੁਣ ਸਰੂਪ ਸੀ, ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ। ਅਤੇ ਹੁਣ ਇਹ ਜਿਹੜਾ ਸੰਸਾਰ ਤੁਸੀਂ ਰਚਿਆ ਮਾਇਆ ਨੂੰ ਅੰਗੀਕਾਰ ਕਰਕੇ ਅਤੇ ਆਪਣੀ ਜੋਤ ਨੂੰ ਮਾਇਆ ਨਾਲ ਮਿਲਾ ਕੇ ਸੰਸਾਰ ਦੇ ਜੀਅ ਜੰਤ ਰਚੇ ਨੇ, ਇਹ ਸਰਗੁਣ ਸਰੂਪ ਤੁਹਾਡਾ ਹੀ ਹੈ ਜੀ। ਤੁਹਾਡੇ ਤੋਂ ਬਗੈਰ ਤੇ ਜਗਤ ਹੋਂਦ ਵਿੱਚ ਨਹੀਂ ਆਇਆ ਅਤੇ ਨਾ ਇਹ ਜਿਉਂਦਾ ਰਹਿ ਸਕਦਾ। ਈਹਾਂ ਊਹਾਂ ਤੁਮ ਰੱਖੇ, ਜਿਨ੍ਹਾਂ ਨੂੰ ਇਹ ਤੁਸੀਂ ਰੱਖਿਆ ਬਚਾਇਆ ਨਾ ਸੰਸਾਰ ਸਮੁੰਦਰ 'ਚ ਡੁੱਬਣ ਤੋਂ, ਵਿਕਾਰਾਂ ਦੀਆਂ ਘੁੰਮਣ ਘੇਰੀਆਂ 'ਚੋਂ, ਉਹੀ ਬਚਨ। ਇੱਥੇ ਤੇ ਉੱਥੇ ਰਖਵਾਲੇ ਰੱਖਿਆ ਕਰਨ ਵਾਲੇ ਤੁਸੀਂ ਹੀ ਹੋ, ਪਰ ਗੁਰ ਕਿਰਪਾ ਤੇ ਕੋ ਲਖੇ। ਤੁਹਾਨੂੰ ਜਾਣਦਾ ਕੋਈ ਨਹੀਂ। ਜਿਨ੍ਹਾਂ 'ਤੇ ਗੁਰਾਂ ਦੀ ਕਿਰਪਾ ਹੁੰਦੀ ਆ ਉਹ ਕੋਈ ਤੁਹਾਨੂੰ ਲਖੇ ਮੈਨੇ ਜਾਣ ਲੈਂਦਾ ਹੈ, ਤੁਹਾਡੇ ਨਾਲ ਸਾਂਝ ਪਾ ਲੈਂਦਾ, ਉਹ ਜਿਸ 'ਤੇ ਗੁਰਾਂ ਦੀ ਕਿਰਪਾ ਹੁੰਦੀ ਹੈ। ਅੰਤਰਜਾਮੀ ਪ੍ਰਭ ਸੁਜਾਨ, ਇਹ ਅੰਦਰ ਦੀਆਂ ਜਾਣਨ ਵਾਲੇ ਸਰਬ ਸ਼ਕਤੀਮਾਨ, ਇਹ ਸੁਜਾਨ ਸਭ ਤੋਂ ਸਮਝਦਾਰ, ਸਭ ਤੋਂ ਵੱਡੇ ਜਾਣਕਾਰ, ਸੁਜਾਨ ਸ੍ਰੇਸ਼ਟ ਜਾਣਕਾਰ। ਨਾਨਕ ਤਕੀਆ ਤੂੰ ਹੀ ਤਾਣ, ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਡਾ ਤਕੀਆ ਸਹਾਰਾ ਤੇ ਤਾਣ ਬਲ ਜੋਰ ਤੂੰ ਹੀ ਹੈ। ਹੇ ਪਰਮੇਸ਼ਰ, ਪਿੱਛੇ ਵੀ ਤੂੰ ਸੀ, ਹੁਣ ਵੀ ਤੂੰ, ਅੱਗੇ ਨੂੰ ਵੀ ਤੂੰ ਹੀ। ਸਾਡਾ ਆਸਰਾ ਸਹਾਰਾ ਤਕੀਆ ਤੂੰ ਹੀ, ਮੈਂ ਤਾਣ ਤਕੀਆ ਤੇਰਾ, ਮੈਨੂੰ ਤਾਣ ਬਲ ਵੀ ਤੇਰਾ ਅਤੇ ਤਕੀਆ ਸਹਾਰਾ ਵੀ ਤੇਰਾ। ਭਾਵ ਤੇਰੇ ਬਲ ਦੇ ਸਹਾਰੇ ਹੀ ਅਸੀਂ ਹਾਂ, ਸਭ ਕੁਛ ਜੋ ਕੁਝ ਵੀ ਹਾਂ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਬਾਰਕ ਬਚਨ ਹਨ। ਹਜ਼ੂਰ ਫਰਮਾਉਂਦੇ ਨੇ, ਹਰ 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 ਆਰਾਧੀ ਹੈ। ਸਾਨੂੰ ਪ੍ਰੇਰਨਾ ਦੇ ਰਹੇ ਨੇ ਸਤਿਗੁਰੂ ਮਹਾਰਾਜ ਕਿ ਭਾਈ ਜਿਹੜਾ ਪਿੱਛੇ ਵੀ ਸੀ ਹਰੀ ਅਕਾਲ ਪੁਰਖ, ਹੁਣ ਵੀ ਅੱਗੇ ਨੂੰ ਵੀ ਹੋਵੇਗਾ, ਉਹੀ ਜੋ ਦੁੱਖਾਂ ਦਾ ਹਾਰਕ ਹੈ ਅਤੇ ਸ਼ੁਭ ਗੁਣਾਂ ਦੀ ਹਰਿਆਵਲਤਾ ਬਖਸ਼ਣ ਵਾਲਾ ਹਰੀ ਹੈ ਅਤੇ ਸ੍ਰਿਸ਼ਟੀ ਨੂੰ ਹਰੀ ਹਰਨਾਸ ਕਰਨ ਵਾਲਾ ਹੈ। ਉਸ ਪ੍ਰਮਾਤਮਾ ਨੂੰ ਮਨ ਬਾਣੀ ਸਰੀਰ ਕਰਕੇ, ਮਨ ਕਰਕੇ ਵੀ ਹਰੀ ਹਰੀ, ਬਾਣੀ ਬਚਨਾਂ ਕਰਕੇ ਵੀ, ਇੰਦਰੀਆਂ ਕਰਕੇ ਵੀ ਹਰੀ ਅਕਾਲ ਪੁਰਖ ਦਾ ਆਰਾਧਨ ਕਰਨਾ ਚਾਹੀਦਾ, ਧਿਆਨ ਧਰਨਾ ਚਾਹੀਦਾ ਮਨ ਦੁਆਰਾ ਵੀ। ਸੋ ਇਸ ਪ੍ਰਕਾਰ ਸੰਤ ਸੰਗ ਹਰ ਮਨ ਵਸੈ, ਇਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਪਿਆਰ ਮਨ ਵਿੱਚ ਵਸਦਾ ਸੰਤ ਸਤਿਗੁਰਾਂ ਦੀ ਸੰਗਤ ਵਿੱਚ ਰਹਿ ਕੇ। ਹਰੀ ਅਕਾਲ ਪੁਰਖ ਮਨ 'ਚ ਵਸ ਜਾਂਦਾ। ਜਿਹੜੇ ਸੰਤ ਗੁਰਮੁਖ ਨੇ, ਜਿਨ੍ਹਾਂ ਨੂੰ ਵਾਹਿਗੁਰੂ ਭੁੱਲਦਾ ਹੀ ਨਹੀਂ, ਜਿਨ੍ਹਾਂ ਦੇ ਹਿਰਦੇ 'ਚ ਪਹਿਲਾਂ ਵਸਿਆ ਹੋਇਆ, ਉਹਨਾਂ ਦੀ ਸੰਗਤ ਵਿੱਚ ਜੇ ਵਸੀਏ ਤੇ ਤਾਂ ਹਰੀ ਪਰਮੇਸ਼ਰ ਸਾਡੇ ਵੀ ਮਨ 'ਚ ਵਸ ਜਾਏਗਾ। ਭਰਮ ਮੋਹ ਭਉ ਸਾਧੀ ਹੈ, ਉਹਨਾਂ ਦੀ ਸੰਗਤ 'ਚ ਰਹਿ ਕੇ ਇਸ ਨਾਮ ਸਿਮਰਨ ਦੀ ਕਮਾਈ ਨਾਲ ਜਿਹੜਾ ਸਾਡੇ ਅੰਦਰ ਭਰਮ ਹੈ, ਭਟਕਣਾ ਹੈ, ਭ੍ਰਾਂਤੀ ਹੈ, ਹੋਰ ਦਾ ਹੋਰ ਸਮਝੀ ਜਾ ਰਹੇ ਜਗਤ ਨੂੰ ਸੱਚਾ ਮੰਨਿਆ ਹੋਇਆ, ਇਹ ਭਰਮ ਅਤੇ ਮੋਹ ਜਿਹੜਾ ਇਸ ਜਗਤ ਨੂੰ ਸੱਚਾ ਮੰਨ ਕੇ ਸਾਡਾ ਲਗਾਅ ਹੈ, ਮਨ ਦਾ ਲਗਾਅ ਧਰਮ ਪਤਨੀ ਧੀਆਂ ਪੁੱਤਰਾਂ ਨਾਲ, ਸਰੀਰਾਂ ਨਾਲ ਅਤੇ ਪਦਾਰਥਾਂ ਨਾਲ ਵੀ ਮੋਹ ਹੈ। ਅਤੇ ਭਉ ਜਿਹੜਾ ਡਰ ਹੈ, ਫਿਰ ਸਾਨੂੰ ਸਰੀਰ ਨੂੰ ਆਪਣਾ ਰੂਪ ਮੰਨਣ ਕਰਕੇ ਡਰ ਹੈ ਵੀ ਇਹਦੇ 'ਤੇ ਕੋਈ ਵਾਰ ਨਾ ਕਰੇ, ਇਹਨੂੰ ਕੋਈ ਕਸ਼ਟ ਨਾ ਮਿਲ ਜਾਏ, ਇਹ ਖਤਮ ਨਾ ਹੋ ਜਾਏ, ਆਪਣਾ ਰੂਪ ਜੀ ਮੰਨਿਆ ਹੋਇਆ। ਇਹਨੂੰ ਫਿਰ ਸਾਧ ਲਈਦਾ। ਇਹ ਜੋ ਕੁਝ ਵਿਆਪਦਾ ਸਾਨੂੰ ਭਰਮ ਮੋਹ ਅਤੇ ਭਉ, ਇਹਨੂੰ ਸਾਧ ਲਈਦਾ ਹੈ। ਸਾਧਣਾ ਦਾ ਹੁੰਦਾ ਕਾਬੂ ਕਰ ਲਈਦਾ, ਭਰਮ ਮੋਹ ਅਤੇ ਭਉ ਨੂੰ ਜਿੱਤ ਲਈਦਾ। ਰਹਾਓ ਵੇਦ ਪੁਰਾਣ ਸਿਮਰਤ ਭਨੇ, ਵੇਦਾਂ ਚਾਰ ਵੇਦਾਂ ਨੂੰ ਜਿਹੜੇ ਰਿਗ ਵੇਦ, ਸ਼ਾਮ ਵੇਦ, ਯਜੁਰ ਵੇਦ, ਅਥਰਵਣ ਵੇਦ ਹਨ ਚਾਰੇ, ਵਿਆਸ ਰਿਸ਼ੀ ਜੀ ਨੇ ਲਿਖੇ ਨੇ। ਅਸਲ ਵਿੱਚ ਬ੍ਰਹਮਾ ਦੇ ਚਾਰ ਵਾਗ ਹੀ ਸੀ ਵੱਡੇ ਗ੍ਰੰਥ, ਅਤੇ ਪੁਰਾਣ 18 ਨੇ। ਜਿਹੜਾ ਵਸ਼ਿਸ਼ਟ ਪੁਰਾਣ ਹੈ, ਬ੍ਰਹਮ ਵੈਵਰਤ ਪੁਰਾਣ ਹੈ, ਇਸੇ ਤਰ੍ਹਾਂ ਭਵਿੱਖਿਅਤ ਪੁਰਾਣ ਹੈ, ਗਰੁੜ ਪੁਰਾਣ ਹੈ। ਇਹ ਅਤੇ ਸਿਮਰਤੀਆਂ 27 ਮਨੂ ਸਿਮਰਤੀ, ਯਾਗਵਲਕ ਆਦਿਕ ਸਿਮਰਤੀਆਂ, ਇਹ ਭਨੇ ਜਿਨ੍ਹਾਂ ਨੇ ਉਚਾਰਨ ਕੀਤੇ ਹਨ, ਜੋ ਹੁਣ ਪੜ੍ਹ ਕੇ ਸੁਣਾਉਂਦੇ ਨੇ, ਉਚਾਰਨ ਕਰਦੇ ਨੇ। ਬੜੇ ਲੋਕ ਹਨ ਐਸੇ ਵਿਦਵਾਨ, ਸਭ ਊਚ ਬਿਰਾਜਤ ਜਨ ਸੁਨੇ। ਪਰ ਅਸੀਂ ਸੁਣ ਲਿਆ ਇਹ ਬਚਨ, ਭਾਵ ਸਾਡੇ ਕੰਨਾਂ 'ਚ ਇਹ ਬਚਨ ਪੈ ਗਏ ਗੁਰੂ ਮਹਾਰਾਜ ਵੱਲੋਂ ਕਿ ਇਹਨਾਂ ਸਾਰਿਆਂ ਦਾ ਉਹ ਅਹੁਦਾ ਨਹੀਂ ਜਿਹੜਾ ਵਾਹਿਗੁਰੂ ਦੇ ਜਨਾਂ ਭਗਤਾਂ ਦਾ ਹੈ। ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤੀ ਭਾਵਨਾ ਵਾਲਿਆਂ ਦੀ ਬਾਣੀ ਲਿਖਵਾਈ ਗਈ ਹੈ। ਇਹ ਨਹੀਂ ਵੇਖਿਆ ਗਿਆ ਕਿ ਉਹ ਵਿਦਵਾਨ ਕਿੱਡੇ ਕੁ ਨੇ, ਜਾਂ ਵਿਦਵਾਨ ਅਤੇ ਪੰਡਤ ਬੜੇ ਵੱਡੇ ਸਨ।
ਪਰ ਉਹਨਾਂ ਨੇ ਕਮਾਇਆ ਨਹੀਂ ਸੀ ਉਪਦੇਸ਼ ਨੂੰ, ਬੰਦਗੀ ਕਰਕੇ ਵਾਹਿਗੁਰੂ ਦਾ ਗਿਆਨ ਨਹੀਂ ਸੀ ਹਾਸਲ ਕੀਤਾ। ਉਹਨਾਂ ਦੀ ਵਿੱਦਿਆ ਸਿਰਫ ਆਪਣਾ ਢਿੱਡ ਭਰਨ ਤੱਕ ਸੀ। ਐਸ਼ ਇਸ਼ਰਤ ਜਿਹੜਾ ਉਸ ਦੁਨੀਆ ਦਾ ਐਸ਼ ਵਰਜ ਹੈ, ਧਨ ਦੌਲਤਾਂ ਲੈ ਕੇ ਲੋਕਾਂ ਤੋਂ ਮੌਜਾਂ ਮਾਣਨਾ ਹੀ ਮਨੋਰਥ ਰਹਿ ਗਿਆ ਸੀ, ਜਿਵੇਂ ਅੱਜ ਵੀ ਸਾਡਾ ਇਹ ਹਾਲ ਹੈ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ, ਅਸੀਂ ਸੁਣ ਲਿਆ ਹੈ ਕਿ ਸਭ ਊਚ ਬਿਰਾਜਤ ਜਨ, ਸਭਨਾਂ ਤੋਂ ਉੱਚੇ ਮਰਤਬੇ 'ਤੇ ਬਿਰਾਜਦੇ ਹਨ ਵਾਹਿਗੁਰੂ ਦੇ ਜਨ। ਭਾਵ ਉੱਚਾ ਆਤਮਿਕ ਟਿਕਾਣਾ ਜਨਾਂ ਨੂੰ ਪ੍ਰਾਪਤ ਹੋਇਆ। ਜਿਹੜੇ ਸੇਵਕ ਨੇ ਨਾ, ਭਗਤ ਲੋਕ, ਉਹਨਾਂ ਨੂੰ ਪ੍ਰਾਪਤ ਹੋਇਆ। ਇਹ ਸਿਮਰਤੀਆਂ ਵੇਦਾਂ ਪੁਰਾਣਾਂ ਨੂੰ ਪੜ੍ਹਨ ਵਾਲੇ ਅਤੇ ਪੜ੍ਹ ਕੇ ਸੁਣਾਉਣ ਵਾਲਿਆਂ ਨੂੰ ਉਹ ਪਦਵੀ ਨਹੀਂ ਪ੍ਰਾਪਤ ਹੋਈ। ਸਗਲ ਅਸਥਾਨ ਭੈ ਭੀਤ ਚੀਨ, ਹੋਰ ਸਾਰੇ ਜਿਹੜੇ ਅਸਥਾਨ ਹਨ ਨਾ, ਅਸਥਾਨ ਤੋਂ ਮਤਲਬ ਹਿਰਦੇ ਰੂਪੀ ਥਾਂ, ਹੋਰਨਾਂ ਸਾਰਿਆਂ ਦੇ ਹਿਰਦਿਆਂ ਰੂਪੀ ਅਸਥਾਨ ਅਸੀਂ ਚੀਨ ਜਾਣ ਲਏ ਹਨ ਕਿ ਭੈ ਭੀਤ ਹਨ। ਭੈ ਡਰ ਦੀ ਕੰਧ ਹਨ। ਭਾਵ ਭੈ ਦੇ ਵਿੱਚ ਡਰ ਕਰਕੇ ਡਰੇ ਹੋਏ ਨੇ, ਡਰ ਦੀ ਹੀ ਕੰਧ ਬਣੇ ਹੋਏ ਨੇ ਸਾਰਿਆਂ ਦੇ ਹਿਰਦੇ। ਪਰ ਰਾਮ ਸੇਵਕ ਭੈ ਰਹਿਤ ਕੀਨ, ਜਿਹੜੇ ਰਾਮ ਦੇ ਸੇਵਕ ਨੇ ਨਾ, ਉਹ ਨਹੀਂ ਡਰਾਂ ਦੇ ਵਿੱਚ ਰਹਿੰਦੇ, ਉਹ ਨਹੀਂ ਡਰ ਦੀ ਕੰਧ ਬਣੇ ਹੋਏ, ਉਹਨਾਂ ਦੇ ਹਿਰਦੇ ਸਥਿਰ ਨੇ। ਰਾਮ ਵਾਹਿਗੁਰੂ ਜੋ ਰਮਿਆ ਹੋਇਆ ਵਿਆਪਕ, ਉਸ ਦੇ ਸੇਵਕ ਜੋ ਹਨ, ਉਹ ਪਰਮਾਤਮਾ ਨੇ ਆਪਣੇ ਸਿਮਰਨ ਦੀ ਤਾਕਤ ਬਖਸ਼ ਕੇ ਭੈ ਰਹਿਤ ਕੀਨ, ਡਰ ਤੋਂ ਰਹਿਤ ਕੀਨ ਕਰ ਦਿੱਤੇ ਹਨ। ਉਹਨਾਂ ਨੂੰ ਕੋਈ ਡਰ ਨਹੀਂ। ਨਿਰਭਉ ਜਪੈ ਸਗਲ ਭਉ ਮਿਟੈ, ਮਨ ਨ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। 184 ਜੂਨ ਫਿਰਹਿ, ਜਿਹੜੇ ਸੰਸਾਰ ਦੇ ਲੋਕ ਨੇ ਉਹ 84 ਲੱਖ ਜੂਨਾਂ ਵਿੱਚ ਭੌਂਦੇ ਫਿਰਦੇ ਨੇ। ਜਮ ਜਮ ਮਰੈ ਮਰੈ ਫਿਰ ਜੰਮੈ, ਕਿਉਂਕਿ 184 ਹੀ ਜੂਨ ਸਬਾਈ, ਮਾਨਸ ਕਹੋ ਪ੍ਰਭ ਦੀ ਵਡਿਆਈ। ਸਾਰੀਆਂ ਜੂਨਾਂ ਵਿੱਚੋਂ ਉੱਤਮ ਬਣਾਇਆ ਮਾਨਖ ਸਰੀਰ, ਮਨੁੱਖਾ ਸਰੀਰ। ਇਸ ਪੌੜੀ 'ਤੇ ਜੋ ਨਰ ਚੁੱਕਾ, ਇਹ ਪੌੜੀ ਸੀ ਇਹਨਾਂ ਜੂਨਾਂ 'ਚੋਂ ਨਿਕਲਣ ਵਾਸਤੇ, ਉੱਪਰ ਚੜ੍ਹਨ ਲਈ। ਇਹ ਸੰਸਾਰ ਤੋਂ ਉੱਪਰ ਉੱਠਣ ਵਾਸਤੇ ਪੌੜੀ ਸੀ ਮਨੁੱਖਾ ਦੇਹੀ। ਇਸ ਪੌੜੀ 'ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏਂਦਾ। ਜਿਹੜਾ ਖੁੰਝ ਗਿਆ ਨਾ ਇਸ ਪੌੜੀ ਤੋਂ, ਭਾਵ ਇਸ ਮਨੁੱਖਾ ਜਨਮ ਜਿਹਨੇ ਬੰਦਗੀ ਨਾ ਕੀਤੀ, ਸਿਮਰਨ ਨਾ ਕੀਤਾ ਵਾਹਿਗੁਰੂ ਦਾ, ਉਹ ਆਉਂਦਾ ਜਾਂਦਾ ਦੁੱਖ ਪਾਉਂਦਾ ਰਹੇਗਾ। ਗੋਬਿੰਦ ਲੋਕ ਨਹੀਂ ਜਨਮ ਮਰਹਿ, ਜਿਹੜੇ ਗੋਬਿੰਦ ਪਰਮੇਸ਼ਰ ਦੇ ਲੋਕ ਨੇ, ਭਾਵ ਸੇਵਕ। ਗੋਬਿੰਦ ਲੋਕ ਰੱਬ ਦੇ ਸੇਵਕ ਜੋ ਹਨ ਨਾ, ਉਹ ਨਹੀਂ ਜਨਮ ਲੈ ਕੇ ਮਰਦੇ, ਨਾ ਜਨਮ ਲੈਂਦੇ ਹਨ ਨਾ ਮਰਦੇ ਹਨ। ਸੋ ਇਸ ਪ੍ਰਕਾਰ ਇੱਕ ਹੈ ਆਵਨ ਫਿਰ ਜੂਨ ਨਾ ਆਇਆ, ਨਾਨਕ ਹਰਿ ਕੈ ਦਰਸ ਸਮਾਇਆ। ਹਜ਼ੂਰ ਕਹਿੰਦੇ ਆਵਨ ਆਏ ਸ੍ਰਿਸ਼ਟ ਮੈਂ, ਆਉਣ ਨੂੰ ਸਾਰੇ ਹੀ ਮਨੁੱਖ ਬਣ ਕੇ ਆਏ ਨੇ, ਪਰ ਬਿਨ ਬੂਝੇ ਪਸ ਢੋਰ। ਇਸ ਮਨੁੱਖਾ ਦੇਹੀ ਦਾ ਪ੍ਰਯੋਜਨ ਜਿਨ੍ਹਾਂ ਨਹੀਂ ਬੁੱਝਿਆ ਸਮਝਿਆ, ਉਹ ਢੋਰ ਪਸ਼ੂਆਂ ਦੀ ਨਿਆਈ। ਚਾਰਾ ਢੋਣ ਵਾਲੇ ਪਸ਼ੂ ਜਿਵੇਂ ਗਧੇ ਖੋਤੇ ਆਦਿਕ ਹੁੰਦੇ ਨੇ। ਨਾਨਕ ਗੁਰਮੁਖ ਸੋ ਬੁੱਝੈ ਜਾ ਕੇ ਭਾਗ ਮਥੋਰ। ਜਿਸ ਕਿਸੇ ਦੇ ਭਾਗ ਸਵੱਲੇ ਹਨ, ਉਹ ਗੁਰਾਂ ਦੇ ਸਨਮੁਖ ਹੋ ਕੇ ਆਪਣੇ ਜੀਵਨ ਦੇ ਪ੍ਰਯੋਜਨ ਨੂੰ ਬੁੱਝਦਾ ਸਮਝਦਾ ਹੈ। ਫਿਰ ਆਇਆ ਸਫਲ ਤਾਹੂ ਕੋ ਗਨੀਐ, ਇਸ ਮਨੁੱਖਾ ਦੇਹ ਨੂੰ ਧਾਰ ਕੇ ਸੰਸਾਰ 'ਚ ਆਇਆ ਹੋਇਆ ਸਫਲਾ ਉਹਦਾ ਹੀ ਗਿਣਿਆ ਜਾਏਗਾ। ਜਾਸ ਰਸਨ ਹਰ ਹਰ ਮੁਖ ਭਨੀ, ਜਿਹਦੀ ਰਸਨਾ ਤੋਂ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਉਚਾਰਨ ਹੁੰਦਾ। ਆਏ ਬਸਹਿ ਸਾਧੂ ਕੈ ਸੰਗੇ, ਆਨੰਦਨ ਨਾਮ ਧਿਆਵਹਿ ਰੰਗੇ। ਆਵਤ ਸੋ ਜਨ ਨਾਮਹਿ ਰਤਾ, ਜਾ ਕਉ ਮਇਆ ਦਇਆ ਮਇਆ ਵਿਦਾਤਾ। ਇਹ ਰੱਬ ਦੀ ਮਿਹਰ ਨਾਲ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ। ਇੱਕ ਹੈ ਆਵਨ ਫਿਰ ਜੂਨ ਨਾ ਆਇਆ, ਨਾਨਕ ਹਰਿ ਕੈ ਦਰਸ ਸਮਾਇਆ। ਗੋਬਿੰਦ ਲੋਕ ਨਹੀਂ ਜਨਮ ਮਰੈ। ਰੱਬ ਦੇ ਜੋ ਲੋਕ ਬਣ ਗਏ ਨਾ, ਸੇਵਕ ਪਰਮਾਤਮਾ ਦੇ, ਉਹ ਨਹੀਂ ਜਨਮ ਲੈਂਦੇ ਤੇ ਨਹੀਂ ਮਰਦੇ ਮੁੜ ਕੇ। ਬਲ ਬੁੱਧ ਸਿਆਣਪ ਹਉਮੈ ਰਹੀ, ਕਹਿੰਦੇ ਭਾਈ ਬੁੱਧੀ ਦਾ ਬਲ ਅਤੇ ਬੁੱਧੀ ਵਿੱਚ ਜਿਹੜੀ ਸਿਆਣਪ ਹੈ, ਸਰੀਰਕ ਸਿਆਣਪ ਵੀ, ਬੁੱਧੀ ਦੀ ਸਿਆਣਪ, ਸਰੀਰਕ ਬਲ ਵੀ ਅਤੇ ਬੁੱਧੀ ਦੀ ਸਿਆਣਪ ਅਤੇ ਹੰਗਤਾ ਜਿਹੜੀ ਸੀ ਅੰਦਰ, ਇਹ ਰਹੀ, ਪਿੱਛੇ ਰਹਿ ਗਈ। ਹਰ ਸਾਧ ਸਰਣ ਨਾਨਕ ਗਹੀ, ਕਦੋਂ ਜੀ? ਜਦੋਂ ਹਰੀ ਪਰਮਾਤਮਾ ਦੇ ਸਾਧੂਆਂ ਦੀ ਸ਼ਰਨ ਗ੍ਰਹਿਣ ਕਰ ਲਈ, ਉਦੋਂ ਜਿਹੜਾ ਆਪਣਾ ਬਲ ਸੀ ਉਹ ਵੀ ਛੁੱਟ ਗਿਆ, ਭਾਵ ਤਿਆਗ ਦਿੱਤਾ। ਬੁੱਧੀ ਦੀ ਸਿਆਣਪ ਵੀ, ਜਿਹੜੀ ਹੰਗਤਾ ਸੀ ਅੰਦਰ, ਉਹ ਵੀ ਤਿਆਗੀ ਗਈ। ਉਹ ਤੋਂ ਰਹਿਤ ਹੋ ਗਏ। ਰਹਿਤ ਹੋ ਕੇ ਹਰੀ ਦੇ ਸਾਧੂ ਸਤਿਗੁਰੂ ਮਹਾਰਾਜ ਸਾਧ ਰੂਪ ਆਪਣਾ ਤਨ ਧਾਰਿਆ,
ਭੁਵੰ ਸਾਧ ਸਤਿਗੁਰ ਨਮਸਕਾਰੰ। ਸਤਿਗੁਰਾਂ ਤੋਂ ਵੱਡਾ ਸਾਧੂ ਕੌਣ ਹੋ ਸਕਦਾ। ਸੋ ਇਸ ਪ੍ਰਕਾਰ ਹਰੀ ਦੇ ਸਾਧੂ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਗ੍ਰਹਿਣ ਕੀਤੀ। ਜਦੋਂ ਗੌੜੀ ਮਹੱਲਾ ਪੰਜਵਾਂ, ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਜੀ ਬਚਨ ਫਰਮਾਉਂਦੇ ਨੇ, ਮਨ ਰਾਮ ਨਾਮ ਗੁਣ ਗਾਈਐ। ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦੇ ਰਹੇ ਨੇ, ਭਾਵ ਸਾਨੂੰ ਕਹਿ ਰਹੇ ਨੇ ਕਿ ਆਪਣੇ ਮਨ ਨੂੰ ਸਮਝਾਓ ਕਿ ਇਹ ਮੇਰੇ ਮਨਾ, ਵਾਹਿਗੁਰੂ ਜੋ ਰਾਮ ਰਮਿਆ ਹੋਇਆ ਹੈ ਉਸ ਦਾ ਨਾਮ ਉਚਾਰਨ ਕਰੀਏ, ਉਸ ਵਾਹਿਗੁਰੂ ਰਾਮ ਦੇ ਗੁਣਾਂ ਨੂੰ ਗਾਈਏ। ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਹਨ। ਜਿਹੜੀ ਖੁਸ਼ਾਮਦ ਹੋਰਨਾਂ ਦੀ ਕਰਦਾ ਫਿਰਦਾ ਨਾ ਲੋਕਾਂ ਦੀ, ਇੱਥੋਂ ਤੈਨੂੰ ਕੁਛ ਨਹੀਂ ਮਿਲਣਾ। ਇਹ ਤਾਂ ਐਵੇਂ ਝੂਠੀ ਖੁਸ਼ਾਮਦ ਆ, ਝੂਠੇ ਗੁਣ ਗਾਈ ਜਾਂਦਾ। ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਹਨ, ਪਰਮਾਤਮਾ ਦਾ ਨਾਮ ਆਰਾਧਣਾ ਚਾਹੀਦਾ ਹੈ। ਨੀਤ ਨੀਤ ਹਰ ਸੇਵੀ ਹੈ। ਫਿਰ ਪ੍ਰਸ਼ਨ ਉੱਠਿਆ, ਮਹਾਰਾਜ ਕਦੋਂ ਮੱਸਿਆ ਨੂੰ, ਸੰਗਰਾਂਦ ਨੂੰ, ਦੀਵਾਲੀ ਨੂੰ ਕਦੋਂ ਗੁਣ ਗਾਉਣੇ ਚਾਹੀਦੇ ਨੇ? ਤਾਂ ਗੁਰੂ ਮਹਾਰਾਜ ਕਹਿੰਦੇ ਨੇ, ਨੀਤ ਨੀਤ ਹਰ ਸੇਵੀ ਹੈ। ਨਿੱਤ ਹੀ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ। ਵਾਹਿਗੁਰੂ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ। ਸਾਸ ਹਰ ਧਿਆਈ ਹੈ। ਹਰ ਇੱਕ ਆਉਂਦੇ ਜਾਂਦੇ ਸਾਹ ਨਾਲ ਵਾਹਿਗੁਰੂ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ, ਸਿਮਰਨ ਕਰਨਾ ਚਾਹੀਦਾ ਹੈ, ਵਾਹਿਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ। ਰਹਾਓ, ਸੰਤ ਸੰਗ ਹਰ ਮਨ ਵਸੈ। ਸੰਤ ਸਤਿਗੁਰਾਂ ਦੀ ਸੰਗਤ ਵਿੱਚ ਰਹਿੰਦਿਆਂ ਹੋਇਆ, ਸਤਿਗੁਰ ਸੰਗ ਨਾਹੀ ਮਨ ਡੋਲਾ, ਅੰਮ੍ਰਿਤ ਬਾਣੀ ਗੁਰਮੁਖ ਬੋਲਾ। ਅਤੇ ਜਿਹੜੇ ਸਤਿਗੁਰਾਂ ਦੇ ਪਿਆਰੇ ਨੇ ਨਾ ਸੰਤ ਜਨ, ਉਹਨਾਂ ਦੀ ਸੰਗਤ ਵਿੱਚ ਰਹਿ ਕੇ ਹਰੀ ਪਰਮਾਤਮਾ ਜੋ ਹੈ ਮਨ ਵਿੱਚ ਵਸ ਜਾਂਦਾ ਹੈ। ਹਰੀ ਦਾ ਨਾਮ ਮਨ 'ਚ ਵਸ ਜਾਂਦਾ, ਕਿਉਂਕਿ ਉਹਨਾਂ ਦੇ ਪਾਸ ਦੂਜੀ ਗੱਲ ਹੀ ਨਹੀਂ ਹੈ, ਵਾਹਿਗੁਰੂ ਦਾ ਸਿਮਰਨ ਹੀ ਹੈ। ਕਬੀਰ ਜੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਜਿਹੜੇ ਰੱਬ ਦੇ ਸੰਤ ਨੇ ਨਾ, ਉਹਨਾਂ ਦੇ ਪਾਸ ਬੈਠੀ ਤਾਂ ਕੁੱਤੀ ਵੀ ਭਾਗਾਂ ਵਾਲੀ ਹੈ। ਕਬੀਰ ਬੈਸਨੋ ਕੀ ਕੂਕਰ ਭਲੀ, ਵੈਸ਼ ਨਾਮ ਸੰਸਾਰ ਦਾ, ਅਨ ਨਾਮ ਚੇਸ਼ਟਾ ਦਾ। ਸੰਸਾਰ ਦੀ ਚੇਸ਼ਟਾ ਕਰਾਉਣ ਵਾਲਾ ਕੌਣ ਹੈ? ਵਿਸ਼ਨ ਪਰਮਾਤਮਾ। ਅਤੇ ਉਸ ਦੇ ਜਿਹੜੇ ਭਗਤ ਨੇ ਉਹਨਾਂ ਦਾ ਨਾਮ ਹੈ ਬੈਸਨੋ। ਕਹਿੰਦੇ ਉਹਨਾਂ ਭਗਤਾਂ ਦੀ ਜਿਹੜੀ ਕੂਕਰੀ ਕੁੱਤੀ ਹੈ ਨਾ, ਉਹ ਵੀ ਭਲੀ ਹੈ। ਸਾਕਤ ਕੀ ਬੁਰੀ ਮਾਏ। ਅਤੇ ਜਿਹੜੇ ਸਾਕਤ ਸ਼ਕਤੀ ਮਾਇਆ ਦੇ ਉਪਾਸ਼ਕ ਲੋਕ, ਉਹਨਾਂ ਦੀ ਮਾਂ ਵੀ ਉਸ ਕੁੱਤੀ ਨਾਲੋਂ ਬੁਰੀ ਹੈ। ਉਹਨੇ ਕੁਛ ਨਹੀਂ ਖੱਟਿਆ ਇਸ ਦੁਨੀਆ ਤੋਂ, ਕਿਉਂਕਿ ਉਹ ਨਿੱਤ ਸੁਣਿਆ ਹਰ ਨਾਮ ਜਸ। ਜਿਹੜੀ ਸੰਤਾਂ ਦੇ ਕੋਲ ਬੈਠੀ ਕੁੱਤੀ ਆ ਨਾ, ਰੱਬ ਦੇ ਸੇਵਕ ਪਾਸ ਬੈਠੀ ਭਗਤ ਕੋਲ, ਉਹ ਨਿੱਤ ਹੀ ਉੱਥੇ ਰੱਬ ਦਾ ਨਾਮ ਉਚਾਰਨ ਹੁੰਦਾ ਅਤੇ ਉਹ ਸੁਣਦੀ ਤਾਂ ਹੈ ਨਾ। ਉਹ ਨਿੱਤ ਸੁਣਿਆ ਹਰ ਨਾਮ ਜਸ, ਉਹ ਪਾਪ ਵਿਸਾਹ ਨਾ ਜਾਏ। ਅਤੇ ਉਹ ਜਿਹੜੀ ਸਾਕਤਾਂ ਦੀ ਮਾਂ ਨਾ, ਉਹ ਪਾਪ ਦਾ ਹਿੱਸਾ ਵਿੱਚੋਂ ਵੰਡਾਉਂਦੀ ਹੈ। ਪਾਪ ਵਿਸਾਹਨ, ਵਿਸਾਜਣਾ ਖਰੀਦਣਾ, ਉਹ ਪਾਪ ਹੀ ਖਰੀਦੀ ਜਾਂਦੀ ਹੈ। ਕਿਉਂਕਿ ਪਾਪ ਕਰ ਕਰਕੇ ਮਾਇਆ ਲਿਆਉਂਦੇ ਆ ਨਾ, ਮਾਇਆ ਦੇ ਪਾਸ਼ਕ ਜੋ ਹੋਏ, ਅਤੇ ਉਹ ਵਿੱਚੋਂ ਹਿੱਸਾ ਵੰਡਾਉਂਦੀ ਹੈ। ਸੋ ਇਸ ਪ੍ਰਕਾਰ ਉਹਨਾਂ ਦੀ ਮਾਂ ਨਾਲੋਂ, ਸਾਕਤਾਂ ਦੀ ਮਾਂ ਨਾਲੋਂ ਤਾਂ ਕੁੱਤੀ ਵੀ ਭਲੀ ਹੈ। ਕਹਿੰਦੇ ਇੱਕ ਸਾਡੇ ਪੰਥ 'ਚ ਮਹਾਤਮਾ ਹੋਏ ਨੇ, ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ, ਅਤੇ ਉਹਨਾਂ ਦੇ ਅਸਥਾਨ 'ਤੇ ਹੋਤੀ ਮਰਦਾਨ ਵਿਖੇ ਕੋਈ 60 ਦੇ ਕਰੀਬ ਗਊਆਂ ਸਾ ਰੱਖੀਆਂ ਹੋਈਆਂ। ਪਤਾ ਨਹੀਂ ਕੀ ਸੰਬੰਧ ਸੀ ਪੂਰਬਲਾ ਉਹਨਾਂ ਗਊਆਂ ਨਾਲ। ਉਹ ਮਹਾਂਪੁਰਸ਼ ਆ ਕੇ ਉਹਨਾਂ ਨੂੰ ਆਪੇ ਆਪਣੇ ਹੱਥੀਂ ਨਾ ਪੱਠੇ ਪਾਉਣ, ਉਹਨਾਂ ਦੇ ਸਰੀਰ 'ਤੇ ਹੱਥ ਨਾ ਫੇਰਨ, ਅਤੇ ਉਹ ਪੱਠੇ ਨਹੀਂ ਸੀ ਖਾਂਦੀਆਂ, ਪਾਣੀ ਨਹੀਂ ਸਨ ਪੀਂਦੀਆਂ। ਅਤੇ ਜਿਸ ਦਿਨ ਉਸ ਮਹਾਂਪੁਰਸ਼ ਨੇ ਸਰੀਰ ਤਿਆਗਿਆ ਸੀ, ਉਦੋਂ ਉਹਨਾਂ 60 ਗਊਆਂ ਨੇ ਵੀ ਸਰੀਰ ਤਿਆਗ ਦਿੱਤਾ ਸੀ। ਕੁਛ ਜਾਨਵਰਾਂ ਦੇ ਜੂਨ 'ਚ ਪਏ ਹੋਏ ਜੀਵ ਵੀ ਬਹੁਤ ਸਮਝਦਾਰ ਹੁੰਦੇ ਨੇ। ਕੋਈ ਪੂਰਬਲਾ ਕਰਮ ਹੁੰਦਾ ਕਿਸੇ ਕੇ, ਸਾਰੇ ਨਹੀਂ, ਪਰ ਕੁਛ ਹੁੰਦੇ ਨੇ। ਬਲਦ, ਗਊਆਂ, ਹਾਥੀ, ਘੋੜੇ ਆਦਿਕ, ਪਿਛਲਾ ਇਹਨਾਂ ਦਾ ਵੀ ਸੰਬੰਧ ਹੁੰਦਾ ਮਨੁੱਖਾਂ ਦੇ ਨਾਲ। ਮਹਾਤਮਾ ਬੁੱਧ ਜੀ ਬਾਰੇ ਲਿਖਿਆ ਹੋਇਆ ਵੀ ਜਿੱਥੇ ਉਹ ਜੰਗਲ 'ਚ ਰਹਿ ਕੇ ਤਪੱਸਿਆ ਕਰਦੇ ਸੀ, ਇੱਕ ਹਾਥੀ ਉਹਨਾਂ ਦੇ ਕੋਲ ਬੈਠਾ ਰਹਿੰਦਾ ਸੀ। ਅਤੇ ਜਦੋਂ ਉਹਨਾਂ ਦਾ ਪਾਣੀ ਜਲ ਮੁੱਕ ਜਾਂਦਾ ਸੀ, ਗੜਵੇ 'ਚੋਂ ਗੜਵਾ ਲੈ ਕੇ ਨਦੀ ਤੋਂ ਜਲ ਭਰ ਕੇ ਲਿਆਉਂਦਾ ਸੀ, ਅਤੇ ਬਿਰਛਾਂ ਤੋਂ ਫਲ ਤੋੜ ਕੇ ਲਿਆ ਕੇ ਉਹਨਾਂ ਦੇ ਅੱਗੇ ਰੱਖਦਾ ਸੀ ਛਕਣ ਵਾਸਤੇ। ਅਤੇ ਜਦੋਂ ਮਹਾਤਮਾ ਜੀ ਉਹ ਜੰਗਲ ਛੱਡ ਕੇ ਅਤੇ ਸੰਸਾਰ 'ਚ ਵਿਚਰਨ ਲੱਗੇ ਲੋਕਾਂ ਦੀ ਭਲਾਈ ਲਈ, ਉਦੋਂ ਉਸ ਹਾਥੀ ਨੇ ਸਰੀਰ ਤਿਆਗ ਦਿੱਤਾ ਸੀ। ਸੋ ਇਸ ਪ੍ਰਕਾਰ ਦੀਆਂ ਘਟਨਾਵਾਂ ਲਿਖੀਆਂ ਹੋਈਆਂ ਗ੍ਰੰਥਾਂ 'ਚ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਫਰਮਾ ਰਹੇ ਨੇ, ਸੰਤ ਸੰਗ ਹਰ ਮਨ ਵਸੈ। ਸੰਤ ਜਨਾਂ ਦੀ ਸੰਗਤ ਵਿੱਚ ਵਾਹਿਗੁਰੂ ਪਰਮਾਤਮਾ ਦਾ ਨਾਮ ਮਨ 'ਚ ਵਸ ਜਾਂਦਾ। ਦੁੱਖ ਦਰਦ ਅਨੇਰਾ ਭਰਮ ਨਸੈ। ਸਾਰਾ ਹੀ ਦੁੱਖ ਤਕਲੀਫਾਂ ਜਿੰਨੀਆਂ ਹਨ, ਦਰਦਾਂ ਪੀੜਾਂ ਹਨ ਜੰਮਣ ਮਰਨ ਦੀਆਂ, ਦੁੱਖ ਹੈ ਵਾਹਿਗੁਰੂ ਤੋਂ ਵਿਛੋੜੇ ਦਾ, ਦਰਦਾਂ ਹਨ ਜੰਮਣ ਮਰਨ ਦੀਆਂ, ਹਨੇਰਾ ਹੈ ਅਗਿਆਨ ਦਾ,
ਭਰਮ ਹੈ ਸਾਡੀ ਭ੍ਰਾਂਤੀ ਭਟਕਣਾ ਮਨ ਦੀ। ਇਹ ਸਾਰਾ ਕੁਝ ਨਸ ਜਾਂਦਾ ਰੱਬ ਦੇ ਸੰਤ ਜਨਾਂ ਦੀ ਸੰਗਤ 'ਚ ਰਹਿੰਦਿਆਂ ਜੇ ਹਰੀ ਦਾ ਨਾਮ ਮਨ 'ਚ ਵਸ ਜੇ ਭਾਵ ਨਾ ਹੋਏ ਤਾਂ ਫਿਰ ਵਸੇਗਾ ਵੀ। ਹਜ਼ੂਰ ਫਰਮਾਉਂਦੇ ਨੇ ਸੰਤ ਪ੍ਰਸਾਦ ਹਰ ਜਾਪੀਐ। ਸੰਤ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਵਰਤੇ ਤਾਂ ਹੀ ਹਰੀ ਪ੍ਰਮਾਤਮਾ ਨੂੰ ਜਾਪੀਐ ਜਪੀਦਾ ਹੈ। ਜਾਪੀਐ ਜਾਣ ਲਈ ਦਾ, ਜਾਪ ਨਾਮ ਜਾਣਨ ਦਾ ਵੀ ਹੈ। ਹਰੀ ਅਕਾਲ ਪੁਰਖ ਨਾਲ ਜਾਣ ਪਛਾਣ ਡੂੰਘੀ ਸਾਂਝ ਪੈਦਾ ਹੋ ਜਾਂਦੀ ਹੈ। ਸੋ ਜਨ ਦੁੱਖ ਨਾ ਵਿਆਪੀਐ। ਜਿਹੜਾ ਐਸਾ ਜਨ ਬਣ ਜਾਏ ਨਾ ਵਾਹਿਗੁਰੂ ਨੂੰ ਜਪਣ ਵਾਲਾ, ਵਾਹਿਗੁਰੂ ਦੀ ਜਾਣ ਪਛਾਣ ਵਾਲਾ, ਪ੍ਰਮਾਤਮਾ ਦੇ ਨਾਲ ਸਾਂਝ ਪਾਉਣ ਵਾਲਾ, ਉਸ ਜਨ ਨੂੰ ਫਿਰ ਜੰਮਣ ਮਰਨ ਆਦਿਕ ਦਾ, ਵਿਛੋੜੇ ਦਾ, ਅਨੇਕਾਂ ਪ੍ਰਕਾਰ ਦਾ ਜਿਹੜਾ ਦੁੱਖ ਹੈ ਸੰਸਾਰ ਵਿੱਚ, ਇਹ ਆਪਣਾ ਅਸਰ ਨਹੀਂ ਪਾ ਸਕਦਾ। ਦੁੱਖ ਦਾ ਵਿਆਪਣਾ ਵੀ ਦੁੱਖ ਦਾ ਅਸਰ ਨਹੀਂ ਹੁੰਦਾ। ਦੁੱਖ ਆਪਣਾ ਫਿਰ ਕੋਈ ਪ੍ਰਭਾਵ ਨਹੀਂ ਪਾ ਸਕਦਾ ਹੈ। ਜਾਂ ਕੋ ਗੁਰ ਹਰ ਮੰਤਰ ਦੇ, ਜਿਸ ਦੇ ਤਾਈਂ ਸਤਿਗੁਰੂ ਮਹਾਰਾਜ ਹਰੀ ਨਾਮ ਦਾ ਮੰਤਰ ਉਪਦੇਸ਼ ਦੇ ਦਿੰਦੇ ਹਨ। ਸੋ ਉਭਰਿਆ ਮਾਇਆ ਅਗਨ ਤੇ, ਜਿਸ ਦੇ ਹਿਰਦੇ ਸਤਿਗੁਰਾਂ ਨੇ ਨਾਮ ਮੰਤਰ ਉਪਦੇਸ਼ ਵਸਾ ਦਿੱਤਾ, ਉਹ ਮਾਇਆ ਦੀ ਅੱਗ ਤੋਂ ਉਭਰਿਆ ਬਚਿਆ। ਮਾਇਆ ਦੀ ਅੱਗ ਕੀ ਆ? ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ, ਜਿਹੜੀ ਤ੍ਰਿਸ਼ਨਾ ਪ੍ਰਬਲ ਹੋ ਕੇ ਅੰਦਰ ਅੱਗ ਦੀ ਨਿਆਈ ਮਚ ਰਹੀ ਹੈ ਨਾ, ਇਸ ਤੋਂ ਉਹ ਬਚ ਗਿਆ ਹੈ। ਨਾਨਕ ਕੋ ਪ੍ਰਭ ਮਇਆ ਕਰ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਹੈ ਵਾਹਿਗੁਰੂ ਜੀ ਮੇਰੇ ਉੱਪਰ ਪ੍ਰਭੂ ਜੀ ਇੱਕ ਮਇਆ ਮਿਹਰ ਦਇਆ ਤਰਸ ਕਰੋ। ਮੇਰਾ ਮਨ ਤਨ ਵਾਸੈ ਨਾਮ ਹਰ। ਮੇਰੇ ਮਨ ਤੇ ਮੇਰੇ ਤਨ ਦੇ ਅੰਦਰ ਵਸ ਜਾਏ ਹਰੀ ਅਕਾਲ ਪੁਰਖ ਦਾ ਨਾਮ। ਜੋ ਤੁਹਾਡਾ ਹਰੀ ਨਾਮ ਹੈ ਇਹ ਮੇਰੇ ਮਨ ਵਿੱਚ ਵਸ ਜੇ। ਹੈ ਹਰੀ ਜੀ ਤੁਹਾਡਾ ਨਾਮ ਮੇਰੇ ਮਨ ਤੇ ਤਨ ਅੰਦਰ ਵਸਿਆ ਰਹੇ, ਇਹ ਮੇਰੇ ਤੇ ਕਿਰਪਾ ਕਰੋ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰੂਦੇਵ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਮੁਬਾਰਕ ਬਚਨ ਹਨ। ਰਸਨਾ ਜਪੀਆ ਏਕ ਨਾਮ। ਦੇਖੋ, ਨਾਮ ਜਪਣ ਕੋ ਰਸਨਾ ਦੀਨੀ। ਸੋ ਇਸ ਪ੍ਰਕਾਰ ਇਹ ਪ੍ਰਮਾਤਮਾ ਦਾ ਨਾਮ ਸਿਮਰਨ ਵਾਸਤੇ ਅਸਲ ਵਿੱਚ ਰਸਨਾ ਸਾਨੂੰ ਮਿਲੀ ਆ ਵੀ ਇਹਦੇ ਨਾਲ ਬਹੁਤਾ ਨਾਮ ਜਪਿਆ ਜਾਵੇ। ਗੱਲਾਂ ਕਰਨ ਨੂੰ ਲੋੜ ਅਨੁਸਾਰ ਵਰਤਣਾ ਇਸ ਨੂੰ। ਭੋਜਨ ਪਾਣੀ ਵੀ ਅਸੀਂ ਛਕਦੇ ਹਾਂ, ਇਹ ਰਸ ਸਵਾਦ ਦੱਸਦੀ ਆ, ਪਰ ਇਹ ਰਸਨਾ ਹੋਰਨਾਂ ਰਸਾਂ ਵਿੱਚ ਰਚੀ ਹੋਈ ਹੈ। ਪਰਮੇਸ਼ਰ ਦਾ ਨਾਮ ਹੀ ਇਹਨੇ ਵਿਸਾਰ ਦਿੱਤਾ ਤਾਂ ਇਹਦੀ ਮੌਤ ਹੋ ਗਈ ਸਮਝੋ। ਹੇ ਜੇਬੇ ਹੇ ਰਸਗੇ ਮਧੁਰ ਪ੍ਰੇਤ ਹੋਇਆ। ਹੇ ਤਾੜ ਤੜ ਬਚਨ ਬੋਲਣ ਵਾਲੀ ਜੀਵ ਕਰਮ ਇੰਦਰਾ। ਹੇ ਰਸਾਂ ਦੀ ਗਿਆਤਾ ਗਿਆਨ ਇੰਦਰਾ। ਮਧੁਰ ਪ੍ਰੇਤ ਹੋਇਆ। ਮਧੁਰ ਮਿੱਠੇ ਜਿਹੜੇ ਪਦਾਰਥ ਨੇ ਬੜੇ ਤੈਨੂੰ ਪਿਆਰੇ ਲੱਗਦੇ। ਸਤ ਹਤੰਗ ਸਤ ਸਰੂਪ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪਣ ਵੱਲੋਂ ਤੂੰ ਹੱਤ ਹੋ ਗਈ, ਨਾਸ ਹੋ ਗਈ, ਤੇਰਾ ਸਤਿਆ ਨਾਸ ਹੋ ਗਿਆ। ਰੱਬ ਦਾ ਨਾਮ ਨਹੀਂ ਬੋਲਦੀ। ਪਰਮ ਬਾਦੰਗ ਨਿੰਦਿਆ ਚੁਗਲੀ ਕਈ ਤਰ੍ਹਾਂ ਦੀਆਂ ਸੰਸਾਰੀ ਗੱਲਾਂ ਕਰ ਕਰਕੇ ਤੂੰ ਬੜੇ ਵੱਡੇ ਝਗੜੇ ਮਨੁੱਖ ਦੇ ਗਲ ਪਾਏ ਨੇ। ਅਵਰਤ ਇਥੈ ਸੁਧ ਅਸ਼ਰਨ ਰਾਮ ਦਮੋਦਰ ਮਾਧਵ। ਜਿਹੜਾ ਰਾਮ ਰਾਮ ਦਮੋਦਰ ਮਾਧਵ ਗੋਬਿੰਦ ਪਰਮੇਸ਼ਰ ਦਾ ਨਾਮ ਉਚਾਰਨਾ ਹੈ, ਇੱਥੇ ਮਾਤ ਲੋਕ ਤੇ ਆ ਕੇ ਤੈਨੂੰ ਇਸ ਕੰਮ 'ਚ ਲੱਗਣਾ ਚਾਹੀਦਾ ਸੀ। ਜਿਹੜਾ ਵਾਹਿਗੁਰੂ ਦਾ ਨਾਮ ਉਚਾਰਨਾ ਇਸ ਕੰਮ 'ਚ ਲੱਗਣਾ ਚਾਹੀਦਾ ਸੀ, ਪਰ ਤੂੰ ਤੇ ਸ਼ੁੱਧ ਅੱਖਰ ਜਿਹੜਾ ਵਾਹਿਗੁਰੂ ਦੇ ਨਾਮ ਦਾ ਭੁਲਾ ਹੀ ਛੱਡਿਆ ਹੈ। ਸੋ ਇਸ ਪ੍ਰਕਾਰ ਮਹਾਰਾਜ ਉਪਦੇਸ਼ ਦੇ ਰਹੇ ਨੇ, ਕਿਉਂਕਿ ਹਜ਼ੂਰ ਦਾ ਬਚਨ ਹੈ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਘਟੀਐ। ਰਸਨਾ ਜੀਭ ਦੇ ਨਾਲ ਜਪਣਾ ਚਾਹੀਦਾ ਇੱਕ ਪਰਮੇਸ਼ਰ ਦਾ ਨਾਮ। ਇਹਾਂ ਸੁਖ ਆਨੰਦ ਘਨਾ ਆਗੈ ਜੀ ਕੈ ਸੰਗ ਕਾਮ। ਕਈ ਸਿਆਪਿਆਂ ਪੁਆੜਿਆਂ ਤੋਂ ਬਚ ਜਾਈਦਾ। ਹਜ਼ੂਰ ਕਹਿੰਦੇ ਨੇ ਇਹਾਂ ਇੱਥੇ ਮਾਤ ਲੋਕ ਤੇ ਆਤਮਿਕ ਜਿਹੜਾ ਅੰਦਰਲਾ ਸੁੱਖ ਹੈ ਨਾ, ਟਕਾ ਜਿਹੜਾ ਸੁੱਖ ਹੁੰਦਾ ਹੈ ਤੇ ਆਨੰਦ ਹੁੰਦਾ ਹੈ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ। ਜਿਹੜਾ ਨਿੜੱਤਪੁਣਾ ਇੰਦਰੀਆਂ ਦਾ ਖੰਜੋ ਤਾੜਾ ਭਟਕਣਾ ਮਨ ਦੀ ਕਈ ਕੁਛ ਉਹ ਖਤਮ ਹੋ ਜਾਣਾ। ਆਨੰਦ ਇੱਥੇ ਦੁਨੀਆ ਵਿੱਚ ਰਹਿੰਦਿਆਂ ਵੀ ਘਣਾ ਬਹੁਤਾ ਸੁੱਖ ਤੇ ਬਹੁਤਾ ਆਨੰਦ ਪ੍ਰਾਪਤ ਹੁੰਦਾ ਹੈ। ਆਗੈ ਜੀ ਕੈ ਸੰਗ ਕਾਮ। ਅੱਗੇ ਜਿੰਦ ਦੇ ਨਾਲ ਰਜਾ ਕੇ ਉੱਥੇ ਕੰਮ ਹੁੰਦਾ ਵਾਹਿਗੁਰੂ ਦੇ ਦਰ 'ਤੇ। ਇਹ ਨਾਮ ਵਾਹਿਗੁਰੂ ਦਾ ਜਪਿਆ ਹੋਇਆ ਰਸਨਾ ਦੇ ਨਾਲ ਨਾਮ ਜਿੱਥੇ ਇਸ ਦੁਨੀਆ ਦਾ ਸੁੱਖ ਆਨੰਦ ਬਹੁਤਾ ਬਖਸ਼ਦਾ ਹੈ, ਉੱਥੇ ਅੱਗੇ ਜੀਵ ਆਤਮਾ ਦੇ ਸੰਗ ਸਾਥ ਰਹਿ ਕੇ ਕਾਮ ਕੰਮ ਆਉਂਦਾ ਹੈ। ਕਿਉਂਕਿ ਕਰਮ ਧਰਮ ਪਾਖੰਡ ਜੋ ਦੀਸਾ ਹੈ
ਤਿਨ ਜਮ ਜਾਗਾਤੀ ਲੂਟੈ ਨਿਰਵਾਣ, ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ, ਰਹਾਉ ਕੱਟੀਐ ਤੇਰਾ ਅਹੰ ਰੋਗ। ਜੇ ਵਾਹਿਗੁਰੂ ਦਾ ਸਿਮਰਨ ਕਰੇ ਤਾਂ ਤੇਰਾ ਜਿਹੜਾ ਹੰਗਤਾ ਦਾ ਰੋਗ ਹੈ ਨਾ, ਅਹੰ ਬਿਰਤੀ ਅੰਦਰ ਧਾਰੀ ਹੋਵੇ ਮੈਂ ਕੁਛ ਹਾਂ, ਇਹ ਤੇਰਾ ਰੋਗ ਹੰਗਤਾ ਦਾ ਕੱਟਿਆ ਜਾਏਗਾ। ਜੇ ਕੱਟਿਆ ਜਾਏ, ਕੱਟੀਦਾ ਜਾਏ, ਕੱਟ ਹੋ ਜਾਏ, ਤੂੰ ਗੁਰ ਪ੍ਰਸਾਦ ਕਰ ਰਾਜ ਜੋ। ਫਿਰ ਤੂੰ ਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਕਰੇਗਾ ਰਾਜ। ਸੰਸਾਰ ਦੇ ਵਿੱਚ ਰਹਿੰਦਾ ਹੋਇਆ ਰਾਜ, ਅਸਲ ਵਿੱਚ ਰਾਜ ਤਾਂ ਹੈ ਜਿਹੜਾ ਸਰੂਪ ਦਾ ਗਿਆਨ ਹੋਣਾ ਹੈ, ਜੋਗ ਪਰਮਾਤਮਾ ਵਿੱਚ ਜੁੜਨਾ, ਵਾਹਿਗੁਰੂ ਨਾਲ ਜੁੜ ਕੇ ਜਿਹੜਾ ਰਾਜ ਮੰਨਣਾ। ਉਂਝ ਤਾਂ ਰਾਜ ਕਹਿ ਦਈਦਾ ਦੁਨਿਆਵੀ ਸੁੱਖ ਸੰਸਾਰ ਦੇ ਐਸ਼ਵਰਜ ਨੂੰ ਰਾਜ ਕਿਹਾ ਜਾਂਦਾ। ਅਤੇ ਇਸ ਪ੍ਰਕਾਰ ਜੋਗੀ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਪਦਾਰਥਾਂ ਨੂੰ ਭੋਗਣਾ ਇਹ ਰਾਜ ਹੈ। ਜੋਗ ਵਾਹਿਗੁਰੂ ਵਿੱਚ ਜੁੜਨਾ, ਜਿਹੜਾ ਵਾਹਿਗੁਰੂ ਜੁੜਿਆ ਹੋਇਆ ਉਹ ਪਦਾਰਥਾਂ 'ਚ ਖਚਲ ਨਹੀਂ ਹੁੰਦਾ, ਰਹਿੰਦਾ ਤਾਂ ਸੰਸਾਰ ਦੇ ਵਿੱਚ ਹੀ ਹੈ। ਕਬ ਕੱਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਆ। ਰਾਜ ਸੰਸਾਰ ਵਿੱਚ ਰਹਿੰਦਿਆਂ ਜੋਗ ਪਰਮਾਤਮਾ ਵਿੱਚ ਕਿਵੇਂ ਜੁੜਨਾ ਹੈ, ਇਹ ਸਾਰਾ ਸਮਝਾਇਆ ਦਸਾਂ ਜਾਮਿਆਂ 'ਚ ਸਤਿਗੁਰਾਂ ਨੇ। ਵਿਚਰੇ ਹਨ ਸੰਸਾਰ ਵਿੱਚ 239 ਵਰ੍ਹੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਸਰੀਰ 10 ਜਾਮੇ ਧਾਰਨ ਕਰਕੇ ਵਿਚਰ ਕੇ ਦੱਸਿਆ ਭਈ ਰਾਜ ਜੋਗ ਕੀ ਹੁੰਦਾ। ਰਾਜ ਵਿੱਚ ਦੁਨੀਆ 'ਚ ਰਹਿ ਕੇ ਪਰਮਾਤਮਾ ਵਿੱਚ ਇੱਕ ਰਸ ਜੁੜੇ ਰਹਿਣਾ, ਇਹਦੇ 'ਚ ਖਚਤ ਨਹੀਂ ਹੋਣਾ, ਸੰਸਾਰ 'ਚ ਫਸ ਨਹੀਂ ਜਾਣਾ, ਪਰਮਾਤਮਾ ਤੋਂ ਬੇਮੁਖ ਨਹੀਂ ਹੋ ਜਾਣਾ, ਅਤੇ ਇਸ ਦੁਨੀਆ ਦੇ ਸੁੱਖਾਂ ਲਈ ਮੰਦਕਰਮੀ ਨਹੀਂ ਬਣ ਜਾਣਾ, ਇਨਸਾਨੀਅਤ ਤੋਂ ਨਹੀਂ ਗਿਰ ਜਾਣਾ। ਇਸ ਕਰਕੇ ਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਹੁਣ ਤੂੰ ਰਾਜ ਯੋਗ ਮਾਣ ਭਾਈ। ਜੇ ਤੇਰਾ ਅਹੰ ਰੋਗ ਹੰਗਤਾ ਦਾ ਰੋਗ ਕੱਟਿਆ ਜਾਏ ਸਿਮਰਨ ਦੁਆਰਾ, ਤਾਂ ਫਿਰ ਇਸ ਤਰ੍ਹਾਂ ਦੀ ਅਵਸਥਾ ਮਿਲੇਗੀ। ਹਰ ਰਸ ਜਿਨ ਜਨ ਚਾਖਿਆ, ਜਿਨ੍ਹਾਂ ਜਨਾਂ ਨੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਰਸ ਨੂੰ ਚੱਖ ਲਿਆ ਹੈ, ਤਾਂ ਕਿ ਤ੍ਰਿਸ਼ਨਾ ਲਾਥੀ ਆ। ਉਹਨਾਂ ਦੀ ਜਿਹੜੀ ਤ੍ਰਿਸ਼ਨਾ ਹੈ ਨਾ, ਵਿਕਾਰਾਂ ਦੀ, ਮਾਇਆ ਦੀ, ਸੰਸਾਰ ਦੀ ਪਕੜ ਜਕੜ, ਉਹ ਸਾਰੀ ਤ੍ਰਿਸ਼ਨਾ ਜਿਹੜੀ ਤ੍ਰੇ ਅੰਦਰ ਹੈ ਉਹ ਵੀ ਚੀਜ਼ ਮਿਲ ਜੇ, ਉਹ ਵੀ ਮਿਲ ਜੇ। ਇਹ ਜਿਹੜੀ ਤ੍ਰਿਸ਼ਨਾ ਹੈ ਲੱਥ ਗਈ ਉਹਨਾਂ ਦੀ। ਹੁਣ ਉਹ ਇੱਕ ਰਸ ਬਿਰਤੀ ਵਿੱਚ ਸੁਤੇ ਸਿਧ ਸੁਭਾਵਕ ਹੀ ਵਿਚਰਦੇ ਸਹਿਜ ਅਵਸਥਾ 'ਚ। ਹਰ ਵਿਸਰਾਮ ਨਿਧ ਪਾਇਆ, ਹਰੀ ਅਕਾਲ ਪੁਰਖ ਜੋ ਸ਼ਾਂਤੀ ਦਾ ਖਜ਼ਾਨਾ ਹੈ, ਇਹ ਉਹਨਾਂ ਪ੍ਰਾਪਤ ਕਰ ਲਿਆ ਹੈ। ਵਾਹਿਗੁਰੂ ਪਰਮਾਤਮਾ ਆਪ ਬਿਲਕੁਲ ਸ਼ਾਂਤ ਸਰੂਪ ਹੈ, ਵਾਹਿਗੁਰੂ ਆਨੰਦ ਸਰੂਪ ਹੈ, ਟਿਕਾ ਸਰੂਪ ਹੈ, ਨਿਤ ਤ੍ਰਿਪਤ ਨਿਤ ਮੁਕਤ ਰੂਪ ਹੈ, ਅਤੇ ਉਹਨਾਂ ਨੇ ਇਹ ਖਜ਼ਾਨਾ ਪ੍ਰਾਪਤ ਕੀਤਾ। ਸੋ ਬਾਹੁਰ ਨ ਕਤਹਿ ਧਾਇਆ। ਜਿਨ੍ਹਾਂ ਨੇ ਵਾਹਿਗੁਰੂ ਦੇ ਸਿਮਰਨ ਦੁਆਰਾ ਸ਼ਾਂਤੀ ਦਾ ਖਜ਼ਾਨਾ ਪ੍ਰਾਪਤ ਕਰ ਲਿਆ, ਸੋ ਜੀ ਬਹੁਰ ਨ ਕਤਹਿ ਧਾਇਆ। ਬੋਰੋ ਫਿਰ ਬੌੜੋ, ਦੁਬਾਰਾ ਫਿਰ ਉਹ ਕਿਸੇ ਪਾਸੇ ਨੂੰ ਧਾਇਆ, ਦੌੜਿਆ, ਭੱਜਿਆ ਨਹੀਂ। ਹਰ ਹਰ ਨਾਮ ਜਾ ਕੋ ਗੁਰ ਦੀਆ, ਜਿਸ ਦੇ ਤਾਈਂ ਵਾਹਿਗੁਰੂ ਨਾਮ ਦਾ ਉਚਾਰਨ ਸਤਿਗੁਰਾਂ ਨੇ ਬਖਸ਼ ਦਿੱਤਾ। ਜਿਹਦੇ ਹਿਰਦੇ ਵਿੱਚ ਵੀ ਨਾਮ ਹੈ, ਮੁਖ ਤੋਂ ਵੀ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਾ, ਨਾਨਕ ਤਾਕਾ ਭਉ ਗਿਆ। ਹਜ਼ੂਰ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਜੀ ਕਿ ਉਸ ਵਿਅਕਤੀ ਦਾ ਜਿਹੜਾ ਡਰ ਸੀ ਨਾ ਪਹਿਲਾਂ ਅੰਦਰ, ਉਹ ਨਿਕਲ ਗਿਆ, ਭਉ ਗਿਆ, ਚਲਿਆ ਗਿਆ। ਉਹਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ ਰਹਿ ਗਿਆ, ਕਿਉਂਕਿ ਉਹ ਸਰੀਰ ਨੂੰ ਆਪਣਾ ਰੂਪ ਨਹੀਂ ਨਾ ਹੁਣ ਤਸਲੀਮ ਕਰਦਾ, ਉਹਨੇ ਆਪਣੇ ਅਸਲ ਸਰੂਪ ਨੂੰ ਲੱਭ ਲਿਆ ਹੈ। ਉਹ ਹੈ ਪਰਮਾਤਮਾ ਦੀ ਜੋਤ, ਆਪਾ ਪਰਮ ਆਪੇ 'ਚ ਲੀਨ ਹੋ ਚੁੱਕਾ ਹੈ। ਜੇ ਪਰਮਾਤਮਾ ਨੂੰ ਭਉ ਕੋਈ ਨਹੀਂ, ਅਤੇ ਉਸ ਵਿਅਕਤੀ ਨੂੰ ਵੀ ਭਉ ਨਹੀਂ ਹੁੰਦਾ। ਉਹ ਰੂਹ ਬਣ ਗਿਆ, ਆਤਮਾ ਬਣ ਚੁੱਕਾ ਹੈ, ਉਹ ਸਰੀਰ ਨਹੀਂ ਹੈ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਮਹਾਰਾਜ ਸਤਿਗੁਰੂ ਅਰਜਨ ਦੇਵ ਜੀ ਬਚਨ ਫਰਮਾ ਰਹੇ ਨੇ। ਜਾ ਕੋ ਬਿਸਰੈ ਰਾਮ ਨਾਮ, ਤਾਹੂ ਕੋ ਪੀਰ। ਜਿਹੜੀ ਜੰਮਣ ਮਰਨ ਦੀ ਪੀੜ ਹੈ, ਇਹ ਉਸ ਵਿਅਕਤੀ ਨੂੰ ਹੀ ਹੈ ਜਿਹਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ। ਜਾ ਕਹੋ ਜਿਸ ਨੂੰ ਵਿਸਰ ਜਾਂਦਾ ਹੈ, ਰਮੇ ਹੋਏ ਵਿਆਪਕ ਸਰੂਪ ਅਕਾਲ ਪੁਰਖ ਦਾ ਨਾਮ, ਤਾਹੂ ਕੋ ਪੀਰ। ਤਿਸ ਦੇ ਤਾਈਂ ਹੀ ਪੀੜਾਂ ਹਨ ਜੰਮਣ ਮਰਨ ਦੀਆਂ, ਅਤੇ ਹੋਰ ਅਨੇਕਾਂ ਤਰ੍ਹਾਂ ਦੇ ਦੁੱਖ ਤਕਲੀਫਾਂ ਉਸ ਦੇ ਤਾਈਂ ਹਨ। ਸਾਧ ਸੰਗਤ ਮਿਲ ਹਰ ਰਵਹਿ। ਅਸੀਂ ਸੰਸਾਰੀ ਜੀਵ ਪੀੜ ਜਿਹੜੀ ਸਰੀਰ ਨੂੰ, ਸਿਰ ਪੀੜ ਹੋਵੇ, ਕੰਨ ਪੀੜ ਹੋਵੇ, ਦਾੜ ਪੀੜ ਹੋਵੇ, ਢਿੱਡ 'ਚ ਪੀੜ ਹੋਵੇ, ਉਹਨੂੰ ਹੀ ਪੀੜ ਮੰਨਦੇ ਹਾਂ।
ਪਰ ਸਤਿਗੁਰੂ ਮਹਾਰਾਜ ਇੱਥੇ ਇਹਨਾਂ ਪੀੜਾਂ ਦਾ ਜ਼ਿਕਰ ਨਹੀਂ ਕਰ ਰਹੇ। ਪੀੜਾਂ ਜੰਮਣ ਮਰਨ ਦੀਆਂ ਹਨ, ਵਿਕਾਰਾਂ ਦੇ ਦਰਦ ਨੇ, ਸਾਨੂੰ ਬਹੁਤ ਕੁਛ ਸਾਨੂੰ ਚੰਬੜਿਆ ਹੈ। ਸਾਡੇ ਅੰਦਰ ਮਨ ਦੇ ਤਾਂ ਜਿਹੜੇ ਇਹ ਦੁੱਖ ਅਤੇ ਤਕਲੀਫਾਂ ਪੀੜਾਂ ਹਨ, ਉਹਨਾਂ ਦੀ ਗੱਲ ਹਜ਼ੂਰ ਕਰ ਰਹੇ ਨੇ। ਸਾਧ ਸੰਗਤ ਮਿਲ ਹਰ ਰਵਹਿ, ਜਿਹੜੇ ਸਾਧ ਸੰਗਤ 'ਚ ਮਿਲ ਕੇ ਹਰੀ ਅਕਾਲ ਪੁਰਖ ਦੇ ਨਾਮ ਨੂੰ ਰਵਹਿ ਮੈਨੇ ਉਚਾਰਨ ਕਰਦੇ ਹਨ। ਸੇ ਗੁਣੀ ਗਹੀਰ, ਉਹ ਗੁਣਾਂ ਵਾਲੇ ਹਨ, ਗੁਣਾਂ ਦੇ ਖਜ਼ਾਨੇ ਨੇ, ਗਹੀਰ ਸਮੁੰਦਰ ਹਨ। ਸੋ ਇਸ ਪ੍ਰਕਾਰ ਉਹ ਗਹੀਰ ਬੜੇ ਨਿਰਹਲ ਜਿਗਰੇ ਵਾਲੇ ਨੇ, ਡੂੰਘੇ ਜਿਗਰੇ ਵਾਲੇ ਬਣ ਗਏ। ਗੁਣਾਂ ਦੇ ਮਾਲਕ ਨੇ ਅਤੇ ਡੂੰਘੇ ਜਿਗਰੇ ਵਾਲੇ, ਇਹ ਵੀ ਅਰਥ ਕੀਤਾ। ਰਹਾਓ, ਜਾ ਕੋ ਗੁਰਮੁਖ ਹਿਰਦੈ ਬੁੱਧ, ਜੋ ਗੁਰਾਂ ਦੇ ਸਨਮੁਖ ਹੋ ਗਿਆ ਅਤੇ ਗੁਰੂ ਦੇ ਸਨਮੁਖਤਾ ਦੁਆਰਾ ਜਿਹਦੇ ਹਿਰਦੇ ਅੰਦਰ ਵਾਹਿਗੁਰੂ ਦੇ ਸਿਮਰਨ ਵਾਲੀ ਬੁੱਧ ਪ੍ਰਕਾਸ਼ੀ ਹੈ। ਕਹੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ। ਸਾਡੀ ਸੰਸਾਰੀਆਂ ਦੀ ਬੁੱਧ ਹੈ ਸੰਸਾਰਾਕਾਰ, ਵਿਹਾਰਾਕਾਰ, ਵਿਕਾਰਨ, ਵਿਸ਼ੇ ਵਿਸ਼ੈਣੀ ਬੁੱਧ ਹੈ ਸਾਡੇ ਪਾਸ। ਔਰ ਜਿਹੜੀ ਆਤਮ ਵਿਸ਼ੈਣੀ ਬੁੱਧ ਹੈ, ਇਹਨੂੰ ਪ੍ਰਗਟ ਕਰਨ ਵਾਸਤੇ ਸਾਰਾ ਯਤਨ ਹੈ ਪਰਮਾਰਥ ਦਾ ਜੋ ਵੀ ਹੈ। ਉਹ ਜੇ ਬੁੱਧ ਪ੍ਰਾਪਤ ਹੋ ਜਾਏ ਤਾਂ ਫਿਰ ਉਹਦੇ ਦੁਆਰਾ ਵਾਹਿਗੁਰੂ ਨਾਲ ਜੁੜੇ ਰਹੀਦਾ। ਹੁਣ ਵਿਸ਼ੇ ਕਰਦੀ ਹੈ ਬੁੱਧੀ ਵਿਕਾਰਾਂ ਨੂੰ, ਸੰਸਾਰ ਨੂੰ, ਧਨ ਦੌਲਤ ਨੂੰ, ਜੋ ਕੁਝ ਦ੍ਰਿਸ਼ਮਾਨ ਪ੍ਰਪੰਚ ਹੈ, ਇਹਨੂੰ ਵਿਸ਼ੇ ਕਰ ਰਹੀ। ਇਹ ਹੈ ਜਿਹੜੀ ਬੁੱਧੀ ਵਿਸ਼ੇ ਵਿਸ਼ਾਣੀ, ਅਤੇ ਜਿਹੜੀ ਉਹ ਬੁੱਧ ਹੈ ਉਹ ਆਤਮ ਵਿਸ਼ਾਣੀ ਬੁੱਧ ਹੈ। ਜਿਸ ਗੁਰਮੁਖ ਦੇ ਹਿਰਦੇ 'ਚ ਆਤਮ ਵਿਸ਼ਾਣੀ ਬੁੱਧ ਜਾਗ ਪੈਂਦੀ ਹੈ, ਤਾ ਕੈ ਕਰ ਤਲ ਨਵਨਿਧ ਸਿੱਧ, ਜਿਨ੍ਹਾਂ ਪਦਾਰਥਾਂ ਪਿੱਛੇ ਸੰਸਾਰ ਕਮਲਾ ਹੋਇਆ ਫਿਰਦਾ, ਵਾਹਿਗੁਰੂ ਨੂੰ ਵਿਸਾਰ ਛੱਡਿਆ। ਇਹ ਫਿਰ ਉਸ ਗੁਰਮੁਖ ਦੇ ਕਰ ਹੱਥ ਦੇ ਤਲੀ ਦੇ ਉੱਤੇ 9 ਨਿਧੀਆਂ, 9 ਦੇ 9 ਖਜ਼ਾਨੇ ਉਹਦੇ ਵਾਸਤੇ, ਉਹਦੇ ਚਰਨਾਂ 'ਚ ਨੇ। ਹੱਥ ਦੀ ਤਲੀ 'ਤੇ ਜੋ ਮਰਜ਼ੀ ਉਹ ਵਰਤੇ, ਅਤੇ ਸਿੱਧੀਆਂ ਸ਼ਕਤੀਆਂ, 18 ਪ੍ਰਕਾਰ ਦੀ ਸ਼ਕਤੀ, 9 ਨਿਧਾਂ, 9 ਦੇ 9 ਖਜ਼ਾਨੇ, ਇਹ ਸਾਰਾ ਕੁਝ ਉਹਦੇ ਹੱਥ ਦੀ ਤਲੀ ਦੇ ਉੱਤੇ ਪਰਮੇਸ਼ਰ ਨੇ ਰੱਖ ਦਿੱਤਾ। ਜੋ ਕਿਛ ਠਾਕੁਰ ਕਾ ਸੋ ਸੇਵਕ ਕਾ। ਸੋ ਇਸ ਪ੍ਰਕਾਰ ਜੋ ਵਾਹਿਗੁਰੂ ਦੇ ਸਿਮਰਨ ਵਾਲੀ ਬੁੱਧ ਨੂੰ ਪ੍ਰਗਟ ਕਰ ਲੈਂਦਾ ਨਾ, ਗੁਰਾਂ ਦੇ ਸਨਮੁਖ ਹੋ ਕੇ, ਉਹਦੇ ਤੋਂ ਪ੍ਰਮਾਤਮਾ ਕੁਛ ਲੁਕਾ ਨਹੀਂ ਰੱਖਦਾ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਹੱਥ ਦੀ ਤਲੀ 'ਤੇ ਰੱਖਤਾ ਪ੍ਰਮਾਤਮਾ। ਜੋ ਜਾਣੈ ਹਰ ਪ੍ਰਭ ਧਨੀ, ਜੋ ਇੰਜ ਜਾਣ ਲੈਂਦੇ ਹਨ ਕਿ ਸਭ ਕਾਸੇ ਦਾ ਧਨੀ ਮਾਲਕ। ਜੋ ਕੁਝ ਵੀ ਬਣਿਆ ਦਿਸ ਰਿਹਾ ਹੈ, ਸਾਰੀਆਂ ਚੀਜ਼ਾਂ, ਸਾਰੀਆਂ ਵਸਤੂਆਂ, ਸਾਰੇ ਸਰੀਰਾਂ ਦਾ ਧਨੀ ਮਾਲਕ ਹਰੀ ਪ੍ਰਭੂ ਹੈ, ਜਿਹੜੇ ਇੰਜ ਜਾਣ ਲੈਂਦੇ ਨੇ। ਕਿਛ ਨਾਹੀ ਤਾ ਕੈ ਕਮੀ, ਉਹਨਾਂ ਦੇ ਘਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ। ਉਹਨਾਂ ਦੇ ਹਿਰਦੇ ਰੂਪੀ ਘਰ 'ਚ ਕੋਈ ਸ਼ਕਤੀਆਂ, ਕਲਾ ਆਦਿਕਾਂ ਦੀ ਕਮੀ ਨਹੀਂ ਹੈ, ਬਰਕਤਾਂ ਦੀ ਕੋਈ ਕਮੀ ਨਹੀਂ ਹੈ। ਉਹਨਾਂ ਦੇ ਹਿਰਦੇ 'ਚ ਬੜੀਆਂ ਬਰਕਤਾਂ, ਉਹਨਾਂ ਦੇ ਬੋਲਾਂ 'ਚ ਬੜੀ ਬਰਕਤ, ਉਹਨਾਂ ਦੀ ਦ੍ਰਿਸ਼ਟੀ ਵਿੱਚ ਬੜੀ ਬਰਕਤ, ਔਰ ਹਿਰਦੇ ਦੇ ਫੁਰਨੇ ਵਿੱਚ ਤਾਕਤ। ਸੋ ਇਸ ਪ੍ਰਕਾਰ ਉਹਨਾਂ ਦੇ ਘਰ 'ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ। ਕਰਨਾ ਹਾਰ ਪਛਾਨਿਆ, ਸਭ ਕੁਝ ਕਰਨ ਕਰਾਉਣ ਵਾਲੇ ਪਰਮਾਤਮਾ ਨੂੰ ਜਿਨ੍ਹਾਂ ਨੇ ਪਛਾਣ ਲਿਆ, ਇੰਝ ਜਾਣ ਲਿਆ ਕਿ ਕਰਨਹਾਰ ਪਰਮਾਤਮਾ ਹੀ, ਜਿਨ੍ਹਾਂ ਨੇ ਇਹ ਭੇਦ ਪਛਾਣ ਲਿਆ ਹੈ। ਸਰਬ ਸੂਖ ਰੰਗ ਮਾਣਿਆ, ਉਹਨਾਂ ਨੇ ਸਾਰੇ ਸੁੱਖ, ਜਿਹੜਾ ਆਤਮਿਕ ਸੁੱਖ ਹੈ, ਇਹਦੇ ਬਰਾਬਰ ਤੇ ਦੁਨੀਆ ਦੇ ਕਰੋੜਾਂ ਸੁੱਖ ਨਹੀਂ ਪਹੁੰਚ ਸਕਦੇ। ਇਹ ਮਾਨੋ ਸਾਰੇ ਸੁੱਖ ਉਹਨਾਂ ਨੇ, ਅਤੇ ਸਾਰੇ ਰੰਗ ਦੁਨੀਆ ਦੇ ਮੌਜਾਂ ਉਹਨਾਂ ਨੇ ਮਾਣ ਲਈਆਂ। ਐਸਾ ਰੰਗ ਉਹਨਾਂ ਨੇ ਮਾਣਿਆ ਅੰਦਰਲਾ। ਹਰ ਧਨ ਜਾ ਕੇ ਗ੍ਰਹਿ ਵਸੇ, ਹਰੀ ਪ੍ਰਮਾਤਮਾ ਦੇ ਨਾਮ ਦਾ ਧਨ ਜਾ ਕੇ ਜਿਸ ਦੇ ਗ੍ਰਹਿ ਘਰ, ਭਾਵ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਦੇ ਨਾਮ ਦਾ ਧਨ ਜਿਸ ਦੇ ਅੰਦਰ ਵਸਦਾ ਹੈ, ਵਸੈ। ਕਹੋ ਨਾਨਕ ਤਿਨ ਸੰਗ ਦੁੱਖ ਨਸੈ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਨਾ ਵੀ ਉਹ ਤਾਂ ਸੁੱਖ ਦੇ ਵਿੱਚ ਵਸਦਾ ਹੀ ਹੈ, ਉਹਨੂੰ ਤਾਂ ਦੁੱਖ ਕੋਈ ਲੱਗਦਾ ਹੀ ਨਹੀਂ। ਉਹਦੀ ਸੰਗਤ ਵੀ ਰਹਿਣ ਵਾਲਿਆਂ ਨੂੰ ਵੀ ਦੁੱਖ ਨਹੀਂ ਵਿਆਪਦਾ। ਕਹੋ ਨਾਨਕ ਤਿਨ ਸੰਗ ਦੁੱਖ ਨਸੈ, ਉਹਨਾਂ ਦੀ ਸੰਗਤ 'ਚ ਰਹਿ ਕੇ ਸਾਡਾ ਵੀ ਹਰ ਤਰ੍ਹਾਂ ਦਾ ਦੁੱਖ ਨਸ ਜਾਂਦਾ। ਕਿਸੇ ਪ੍ਰਕਾਰ ਦਾ ਦੁੱਖ ਉਹਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਨਹੀਂ ਰਹਿੰਦਾ। ਬੜੇ ਬੜੇ ਵੱਡੇ ਖਤਰੇ, ਦੁੱਖ, ਤਕਲੀਫਾਂ ਉਹ ਗੁਰਮੁਖ ਪਿਆਰੇ ਟਾਲ ਦਿੰਦੇ ਨੇ। ਗੌੜੀ ਮਹੱਲਾ 5ਵਾਂ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਬਚਨ ਕਰਦੇ ਨੇ, ਗਰਭ ਵੱਡੋ ਮੂਲ ਇਤਨੋ। ਹਰੇ ਕਹਿੰਦੇ ਹੈ ਜੀਵ, ਤੈਨੂੰ ਬਹੁਤ ਵੱਡਾ ਗਰਭ, ਹੰਕਾਰ, ਤਕੱਬਰ, ਖੁਦੀ, ਗੁਮਾਨ ਚੰਬੜਿਆ ਹੋਇਆ।
ਬਹੁਤ ਵੱਡਾ ਗੁਮਾਨ ਹੈ ਤੇਰੇ ਅੰਦਰ। ਪਰ ਜਿਸ ਚੀਜ਼ ਦਾ ਤੂੰ ਗਰਬ, ਗੁਮਾਨ, ਤਕੱਬਰ, ਹੰਕਾਰ, ਗਰਬ ਕਰਦਾ ਹੈ, ਜਿਵੇਂ ਗੁਰੂ ਰਾਮਦਾਸ ਦਾ ਬਚਨ, ਜਿਸ ਧਨ ਕਾ ਤੁਮ ਗਰਬ ਕਰਤ ਹੋ ਸੋ ਧਨ ਕਿਸੇ ਨਾ ਆਪ, ਉਹ ਕਿਸੇ ਦਾ ਵੀ ਆਪਣਾ ਨਹੀਂ ਬਣਦਾ। ਤੇ ਇਸ ਤਰ੍ਹਾਂ ਹੀ ਇਹ ਮੂਲ ਸਾਡਾ ਸਰੀਰ ਹੈ। ਹੰਕਾਰ ਦਾ ਮੂਲ ਕੀ ਹੈ? ਸਰੀਰ। ਤੇ ਸਰੀਰ ਤੋਂ ਅੱਗੇ ਜਿਨ੍ਹਾਂ ਚੀਜ਼ਾਂ ਨਾਲ ਸਾਡਾ ਸੰਬੰਧ ਹੈ, ਮਹਾਰਾਜ ਕਹਿੰਦੇ ਗਰਬ ਵੱਡੋ, ਗਰਭ ਹੰਕਾਰ ਬਹੁਤ ਵੱਡਾ ਤੇਰੇ ਅੰਦਰ, ਮੂਲ ਇਤਨੋ। ਤੇ ਮੂਲ ਹੰਕਾਰ ਦਾ ਮੂਲ ਜਿਨ੍ਹਾਂ ਚੀਜ਼ਾਂ ਦਾ ਮਾਣ ਕਰਦਾ, ਉਹ ਤਾਂ ਇਤਨੀ ਕੀ ਗੱਲ ਹੈ। ਕਿਆ ਪ੍ਰਵਾਸਾ ਇਸ ਭਾਂਡੇ ਕਾ ਇਤਨ ਕੁ ਲੱਗਾ ਠਨਕਾ। ਜਦੋਂ ਵਚਨ ਆਇਆ ਨਾ ਇਤਨਾ ਕਾ, ਇੰਨਾ ਕਾ, ਮਤਲਬ ਇਹ ਬਹੁਤ ਥੋੜ੍ਹਾ ਜਿਹਾ ਹੈ। ਮੂਲ ਤੇਰੇ ਕੋਲ ਬਹੁਤ ਥੋੜ੍ਹਾ ਹੈ ਤੇ ਗਰਭ ਵੱਡਾ, ਹੰਕਾਰ ਬੜਾ ਕਰਦਾ। ਰਹਿਣ ਨਹੀਂ ਗਹੁ ਕਿਤਨੋਂ, ਇਸ ਦੁਨੀਆ 'ਤੇ ਰਹਿਣਾ ਤਾਂ ਹੈ ਨਹੀਂ, ਪਰ ਲਗਨ ਤੇਰੀ ਕਿੰਨੀ ਹੈ। ਜਿੱਥੇ ਰਹਿਣਾ ਹੀ ਨਹੀਂ, ਇਸ ਸੰਸਾਰ ਦੇ ਵਿੱਚ ਤੇਰੀ ਗਹੁ ਪਕੜ, ਲਗਨ, ਗਹੁ ਧਿਆਨ। ਵਚਨ ਗਹੁ ਕਰ ਪਕੜੀ ਨਾ ਆਈ, ਬੜੇ ਧਿਆਨ ਦੇ ਨਾਲ ਪਕੜੀ, ਮਾਇਆ ਨਹੀਂ ਆਈ ਹਾਥ। ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਣੀ ਆਏ। ਮਹਾਰਾਜ ਕਹਿੰਦੇ ਰਹਿਣਾ ਇੱਥੇ ਹੈ ਨਹੀਂ, ਪਰ ਤੇਰੀ ਲਗਨ ਬੜੀ ਹੈ, ਤੇਰਾ ਧਿਆਨ ਬੜਾ ਇਸ ਸੰਸਾਰ ਵਿੱਚ ਬਹੁਤ ਜ਼ਿਆਦਾ, ਔਰ ਇਸੇ ਤਰ੍ਹਾਂ ਤੇਰੀ ਪਕੜ ਬਹੁਤ ਜ਼ਿਆਦੀ ਹੈ। ਜੋ ਰਹਿਣਾ ਹੀ ਨਹੀਂ ਉੱਥੇ ਪਕੜ ਹੈ ਤੇਰੀ। ਰਹਾਓ ਬੇਵਰਜਿਤ ਵੇਦ ਸੰਤਨਾ, ਜਿਨ੍ਹਾਂ ਕਰਮਾਂ ਤੋਂ ਵੇਦਾਂ ਨੇ, ਵੇਦ ਦਾ ਅਰਥ ਕੇਵਲ 4 ਵੇਦ ਨਹੀਂ, ਵੇਦ ਵਿਦਿਆ ਸ਼ਬਦ, ਵਿਦ ਧਾਤੂ ਤੋਂ ਬਣਿਆ। ਵਿਦ, ਵਿਦ ਮੈਨੇ ਜਾਣਨਾ, ਜਾਣਕਾਰੀ ਫਿਰ ਬਣ ਗਿਆ ਸ਼ਬਦ, ਫਿਰ ਵਿਦਿਆ ਸ਼ਬਦ ਬਣ ਗਿਆ, ਇੱਥੋਂ ਅੱਗੇ ਵੇਦ ਬਣ ਗਏ ਸ਼ਬਦ। ਸੋ ਇਸ ਪ੍ਰਕਾਰ ਜਿਨ੍ਹਾਂ ਗ੍ਰੰਥਾਂ 'ਚ ਧਾਰਮਿਕ ਗਿਆਨ ਜਾਣਕਾਰੀ ਲਿਖੀ ਹੋਈ ਹੈ, ਉਹ ਗ੍ਰੰਥ ਜਿਨ੍ਹਾਂ ਜਾਣਕਾਰ ਮਹਾਂਪੁਰਸ਼ਾਂ ਨੇ ਲਿਖੇ, ਬਣਾਏ, ਸਿੱਖਿਆ ਦਿੱਤੀ ਸੰਸਾਰ ਨੂੰ, ਉਹ ਵੇਦਾਂ ਵਿੱਚ ਜਿਨ੍ਹਾਂ ਕਰਮਾਂ ਤੋਂ ਵਿਵਰਜਿਤ ਕੀਤਾ ਗਿਆ, ਧਰਮ ਗ੍ਰੰਥਾਂ ਵਿੱਚ ਜਿਨ੍ਹਾਂ ਕਰਮਾਂ ਤੋਂ ਵਿਵਰਜਿਤ ਕੀਤਾ ਗਿਆ, ਤੇ ਜਿਨ੍ਹਾਂ ਕਰਮਾਂ ਤੋਂ ਰੱਬ ਦੇ ਸੰਤਾਂ ਭਗਤਾਂ ਨੇ ਵਿਵਰਜਿਤ ਕੀਤਾ ਹੈ ਮਨੁੱਖ ਨੂੰ, ਵੀ ਆਹ ਕਰਮ ਨਾ ਕਰੀ। ਆ ਖਾਣ ਪੀਣ ਦੀ ਗੱਲ ਹੀ ਲੈ ਲਓ, 36 ਪ੍ਰਕਾਰ ਦੇ ਖਾਣ ਨੂੰ ਪਦਾਰਥ ਮਨੁੱਖ ਵਾਸਤੇ ਹਨ, ਪਰ ਏਡਾ ਗਰਸਿਆ ਗਿਆ ਰਸਾਂ 'ਚ, ਕਹਿੰਦਾ ਸ਼ਰਾਬ ਵੀ ਲਿਆਓ, ਮਾਸ ਵੀ ਲਿਆਓ, ਫਲਾਣੀ ਚੀਜ਼ ਲਿਆਓ। ਜਿੱਧਰੋਂ ਵਰਜਿਆ ਹੈ ਉਧਰ ਨੂੰ ਹੋਰ ਜਾਂਦਾ, ਖੋਰੇ ਉੱਥੋਂ ਕੀ ਕੁਛ ਲੱਭ ਜਾਏ, ਪਤਾ ਨਹੀਂ ਉਸ ਚੀਜ਼ ਵਿੱਚ ਕਿੰਨਾ ਗਰਸ ਹੈ। ਮਾੜਿਆਂ ਕਰਮਾਂ ਤੋਂ ਵਰਜਿਆ ਗਿਆ, ਵੇਦਾਂ ਧਾਰਮ ਗ੍ਰੰਥਾਂ ਵੱਲੋਂ ਵੀ ਤੇ ਰੱਬ ਦੇ ਸੰਤਾਂ ਸਾਧੂਆਂ ਵੱਲੋਂ ਵੀ। ਉਆਹੂ ਸਿਉ ਰੇ ਹਿਤ ਨੂੰ, ਜਿੱਧਰੋਂ ਵਰਜਿਆ ਗਿਆ ਉਹਨਾਂ ਦੇ ਨਾਲ ਹੀ ਰੇ ਭਾਈ ਹਿਤ ਨੂੰ ਹਿਤ ਕਰਦਾ, ਉਹਨਾਂ ਨਾਲ ਹੀ ਲਗਾਅ ਪੈਦਾ ਕੀਤਾ ਹੋਇਆ, ਉਹਨਾਂ ਨਾਲ ਹੀ ਪ੍ਰੇਮ ਧਾਰਨ ਕੀਤਾ ਹੋਇਆ। ਮਨ ਦੀ ਪਕੜ ਜਕੜ ਚੰਬੜ ਉਹਨਾਂ ਦੇ ਨਾਲ ਹੈ। ਹਾਰ ਜੂਆਰ ਜੂਆ ਵਿਦੇ ਇੰਦਰੀ ਵਸ ਲੈ ਜਿਤ ਨੂੰ। ਸੋ ਮਹਾਰਾਜ ਕਹਿੰਦੇ ਨੇ ਕਿ ਤੂੰ ਹਾਰ ਗਿਆ ਜੀਵਨ ਦੀ ਬਾਜੀ, ਜਿਸ ਤਰ੍ਹਾਂ ਜੂਏ ਦੇ ਵਿੱਚ ਕੋਈ ਹਾਰ ਜਾਂਦਾ। ਇੰਦਰੀ ਵਸ ਲੈ ਜਿਤ ਨੂੰ, ਜਿਹੜੀ ਇੰਦਰੀਆਂ ਹਨ ਨਾ, ਜਿਹੜੀਆਂ ਇੰਦਰੀਆਂ ਵਕਾਰ, ਕਾਮ ਵਾਸ਼ਨਾ ਆਦਿ ਕਹਿ ਲਓ, ਜਾਂ ਹੋਰ ਵੀ ਇੰਦਰੀਆਂ ਹਨ, ਇਹਨਾਂ ਦੇ ਜਿਹੜੇ ਰਸ ਕਸ ਨੇ। ਅੱਖਾਂ ਦਾ ਵਿਸ਼ਾ ਹੈ ਵੇਖਣਾ, ਵੰਨ ਸਵੰਨੇ ਰੂਪ ਵੇਖਣੇ। ਕੰਨਾਂ ਦਾ ਨਿੰਦਿਆ ਚੁਗਲੀ ਸੁਣਨਾ, ਗੰਧਣ ਵੈਣ ਸੁਣਨੇ ਹਨ। ਜ਼ਬਾਨ ਦਾ ਵਿਸ਼ਾ ਨਿੰਦਿਆ ਚੁਗਲੀ ਬੋਲਣੀ, ਝੂਠ ਬੋਲਣਾ ਇਤਿਆਦਿਕ। ਇਹਨਾਂ ਦੇ ਜਿਹੜੇ ਰਸ ਨੇ ਨਾ ਇੰਦਰੀਆਂ ਦੇ, ਇੰਦਰੀ ਵਸ ਲੈ ਜਿੱਤ ਨੂੰ, ਇਹ ਇੰਦਰੀਆਂ ਨੇ ਵਸ ਕਰਕੇ ਤੈਨੂੰ ਜਿੱਤ ਲਿਆ ਹੈ ਤੇ ਤੂੰ ਫਸਿਆ, ਆਪਣਾ ਜੀਵਨ ਹਾਰ ਗਿਆ, ਜਿਵੇਂ ਜੂਏ 'ਚ ਕੋਈ ਸਭ ਕੁਝ ਹਾਰ ਜਾਂਦਾ। ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗ ਰਤਨੋ, ਜਿਹੜਾ ਪ੍ਰਮਾਤਮਾ ਹਰਨ ਨਾਸ ਕਰਨ ਵਾਲਾ ਤੇ ਭਰਨ ਵਾਲਾ, ਸਾਰੇ ਢਿੱਡਾਂ ਨੂੰ ਪਾਲਣ ਪੋਸ਼ਣ ਕਰਨ ਵਾਲਾ, ਸਾਰੇ ਜੀਆਂ ਦੇ ਹਿਰਦਿਆਂ ਸਰੀਰਾਂ ਨੂੰ ਭਰਨ ਵਾਲਾ ਭੋਜਨ ਆਦਿਕਾਂ ਨਾਲ, ਪਦਾਰਥਾਂ ਨਾਲ। ਸੰਪੂਰਨ, ਜੋ ਸੰਪੂਰਨ ਹੈ, ਸਾਰੇ ਸਮਾਇਆ ਹੋਇਆ ਪ੍ਰਮਾਤਮਾ। ਚਰਨ ਕਮਲ ਰੰਗ ਰਤਨੋਂ, ਜਿਹੜਾ ਪ੍ਰਮਾਤਮਾ ਦੇ ਕਮਲ ਵਰਗੇ ਸੋਹਣੇ ਚਰਨਾਂ ਦਾ ਰੰਗ ਪ੍ਰੇਮ ਸੀ ਨਾ, ਉਧਰੋਂ ਰਤਨੋਂ ਤੂੰ ਖਾਲੀ ਹੈ। ਰੀਤਾ ਹੁੰਦਾ ਖਾਲੀ, ਚਰਨ ਕਮਲ ਰੰਗ ਰਤਨੋਂ, ਉਸ ਰੰਗ ਵੱਲੋਂ ਤੂੰ ਖਾਲੀ ਹੋ ਰਿਹਾ। ਨਾਨਕ ਉਧਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨੋਂ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਸਾਧ ਸੰਗਤ ਕੀਤੀ, ਸਾਧੂ ਸਤਿਗੁਰਾਂ ਦਾ ਸੰਗ ਮਾਣਿਆ, ਤੇ ਸਾਧੂ ਸੁਧਰੇ ਹੋਏ ਮਨ ਵਾਲੇ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਜਿਹੜੇ ਵਸੇ, ਉਹ ਉਧਰੇ ਮੈਨੇ ਬਚ ਗਏ, ਉੱਪਰ ਉੱਠ ਗਏ। ਇਸ ਸੰਸਾਰ ਦੀ ਮਾਇਆ ਤੋਂ, ਵਿਕਾਰਾਂ ਤੋਂ, ਭੈੜਿਆਂ ਕਰਮਾਂ ਤੋਂ ਉਹ ਉਧਰੇ। ਕਿਰਪਾ ਨਿਧ ਮੈਂ ਦਿੱਤਨੋਂ, ਤੇ ਇਹ ਸਾਧ ਸੰਗਤ ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਨੇ ਮੈਨੂੰ ਬਖਸ਼ੀ ਹੈ।
ਮੈਂ ਵੀ ਇਸ ਕਰਕੇ ਬਚਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਸਾਧ ਸੰਗਤ ਵਿੱਚ ਹੀ ਬਚਿਆ ਜਾ ਸਕਦਾ ਹੈ। ਜੋ ਸਾਧ ਸੰਗਤ ਕਿਰਪਾ ਨਿਧ ਪਰਮਾਤਮਾ, ਜੋ ਕਿਰਪਾ ਦਾ ਖਜ਼ਾਨਾ ਉਸਨੇ ਮੈਨੂੰ ਬਖਸ਼ੀ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਦੇ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਮੁਬਾਰਕ ਬਚਨ ਫਰਮਾ ਰਹੇ ਨੇ, ਮੋਹੇ ਦਾਸਰੋ ਠਾਕੁਰ ਕੋ। ਭਾਈ ਮੈਂ ਤਾਂ ਠਾਕੁਰ ਅਕਾਲ ਪੁਰਖ ਦਾ ਦਾਸ ਹਾਂ। ਜਿਵੇਂ ਦਸਮ ਪਾਤਸ਼ਾਹ ਨੇ ਕਿਹਾ, ਮੈਂ ਹਉ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਜੋ ਵਾਹਿਗੁਰੂ ਦਾ ਦਾਸ ਆ, ਹੁਕਮ ਮੰਨ ਕੇ ਆਇਆ, ਹੋਰ ਉਹਨੂੰ ਆਉਣ ਦਾ ਕੋਈ ਬੰਧਨ ਨਹੀਂ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾ ਰਹੇ ਨੇ, ਮੋਹੇ ਦਾਸਰੋ ਠਾਕੁਰ ਕੋ। ਭਾਈ ਮੈਂ ਤਾਂ ਅਕਾਲ ਪੁਰਖ ਠਾਕੁਰ ਦਾ, ਵਾਹਿਗੁਰੂ ਦਾ ਦਾਸ ਹਾਂ। ਧਾਨ ਪ੍ਰਭ ਕਾ ਖਾਣਾ। ਸਾਨੂੰ ਸਿੱਖਿਆ ਦੇ ਰਹੇ ਨੇ ਕਿ ਵੱਡੇ ਨਾ ਬਣ ਕੇ ਬਹਿ ਜਿਓ, ਕੁਛ ਆਪਣੇ ਆਪ ਨੂੰ ਸਮਝ ਨਾ ਲਿਓ, ਹਮੇਸ਼ਾ ਦਾਸਾ ਭਾਵ ਹਿਰਦੇ 'ਚ ਵਸਾਇਓ। ਮੈਂ ਤਾਂ ਠਾਕੁਰ ਦਾ ਦਾਸ ਹਾਂ, ਧਾਨ ਪ੍ਰਭ ਕਾ ਖਾਣਾ। ਧਾਨ ਹੁੰਦਾ ਜਿਹੜਾ ਖਰੈਤ ਵਿੱਚ ਦਾਨ ਦਿੱਤਾ ਜਾਏ, ਖਾਣ ਪੀਣ ਵਾਲਾ ਪਦਾਰਥ, ਅੰਨ ਜਿਹੜਾ ਦਾਨ ਕੀਤਾ ਜਾਏ ਉਹਨੂੰ ਕਹਿੰਦੇ ਧਾਨ। ਜਿਵੇਂ ਆਮ ਕਹਿੰਦਾ ਪੂਜਾ ਦਾ ਧਾਨ। ਸੋ ਇਸ ਪ੍ਰਕਾਰ ਕਹਿੰਦੇ ਮੈਂ ਪ੍ਰਭੂ ਪਰਮਾਤਮਾ ਦਾ ਦਿੱਤਾ ਹੀ ਅੰਨ ਅਨਾਜ ਖਾਂਦਾ ਹਾਂ, ਉਹਦਾ ਹੀ ਧਾਨ ਖਾਂਦਾ ਹਾਂ। ਰਹਾਓ ਐਸੋ ਹੈ ਰੇ ਖਸਮ ਹਮਾਰਾ। ਰੇ ਹੇ ਭਾਈ, ਸਾਡਾ ਖਸਮ ਅਕਾਲ ਪੁਰਖ ਪਰਮਾਤਮਾ ਇਹੋ ਜਿਹਾ ਹੈ। ਕਿਹੋ ਜਿਹਾ ਜੀ? ਖਿਨਮਹਿ ਸਾਜ ਸਵਾਰਨ ਹਾਰਾ। ਉਹ ਜੇ ਨਾਸ ਕਰਦਾ ਸ੍ਰਿਸ਼ਟੀ ਨੂੰ ਤੇ ਤਾਂ ਵੀ ਉਹਦੇ ਵਿੱਚ ਸਮਰੱਥਾ, ਜਦੋਂ ਮਰਜ਼ੀ ਨਾਸ ਕਰਦੇ। ਤੇ ਸਾਜ ਕੇ, ਸਾਜਣਾ ਹੁੰਦਾ ਬਣਾਉਣਾ, ਰਚਨਾ ਰਚ ਕੇ, ਸਵਾਰਨ ਵਾਲਾ ਵੀ। ਜਿਵੇਂ ਸਾਡਾ ਸਰੀਰ ਬਣਾਇਆ, ਇਹਨੂੰ ਅੰਗਾਂ ਪ੍ਰਤੰਗਾਂ ਨਾਲ ਸਵਾਰਿਆ ਵੀ ਹੈ। ਜਾਂ ਇੰਝ ਕਹਿ ਲਓ ਵੀ ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਉਪਮਾ ਕਰਦੇ ਹੋਏ ਕਹਿੰਦੇ ਨੇ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸ਼ੁਭ ਗੁਣਾਂ ਨਾਲ ਸਵਾਰਿਆ ਹੋਇਆ ਗੁਰੂ ਰਾਮਦਾਸ ਜੀ ਨੂੰ ਅਕਾਲ ਪੁਰਖ ਨੇ। ਸੋ ਇਸ ਪ੍ਰਕਾਰ ਜਿਹੜਾ ਖਿਨ ਵਿੱਚ ਹੀ ਸਾਜ ਕੇ, ਕਿਸੇ ਨੂੰ ਵੀ ਬਣਾ ਕੇ, ਕੋਈ ਵੀ ਰਚਨਾ ਰਚ ਕੇ ਫਿਰ ਉਹਨੂੰ ਸਵਾਰਨ ਵਾਲਾ ਹੈ, ਸ਼ੁਭ ਨੀਕ ਬਣਾਉਣ ਵਾਲਾ ਹੈ। ਕਾਮ ਕਰੀ ਜੇ ਠਾਕੁਰ ਭਾਵਾਂ। ਮੈਂ ਕੋਈ ਕੰਮ ਉਦੋਂ ਹੀ ਕਰਦਾ ਹਾਂ ਜੇ ਮੈਂ ਠਾਕੁਰ ਨੂੰ ਭਾਉਂਦਾ ਹਾਂ। ਜੇ ਜਿਹੜਾ ਕੰਮ ਠਾਕੁਰ ਨੂੰ ਭਾਉਂਦਾ ਮੈਂ ਉਹ ਕੰਮ ਕਰਦਾ ਹਾਂ। ਗੀਤ ਚਿਰਤ ਪ੍ਰਭ ਕੇ ਗੁਣ ਗਾਵਾਂ। ਵਾਹਿਗੁਰੂ ਪਰਮਾਤਮਾ ਦੇ ਜਸਮਈ ਗੀਤ ਨੂੰ, ਚਿਰਤ ਜਿਹੜੇ ਉਹਦੇ ਵਾਹਿਗੁਰੂ ਦੇ ਕੌਤਕ ਨੇ ਅਤੇ ਪ੍ਰਭੂ ਦੇ ਜਿਹੜੇ ਗੁਣ ਹਨ ਉਹਨਾਂ ਨੂੰ ਮੈਂ ਗਾਉਂਦਾ ਹਾਂ। ਸਰਣ ਪਰਿਓ ਠਾਕੁਰ ਵਜ਼ੀਰਾ। ਅਤੇ ਮੈਂ ਆਪਣੇ ਆਪ ਨੂੰ ਕੁਛ ਨਹੀਂ ਸਮਝਦਾ। ਜਿਹੜੇ ਠਾਕੁਰ ਅਕਾਲ ਪੁਰਖ ਪਰਮਾਤਮਾ ਦੇ ਵਜ਼ੀਰ ਨੇ ਨਾ, ਸੰਤ ਜਨ, ਵਾਹਿਗੁਰੂ ਦੇ ਵਜ਼ੀਰ ਸੰਤ ਹੁੰਦੇ ਨੇ, ਮੈਂ ਉਹਨਾਂ ਠਾਕੁਰ ਦੇ ਵਜ਼ੀਰਾਂ ਦੀ ਵੀ ਸ਼ਰਨ ਵਿੱਚ ਪਿਆ ਹੋਇਆ ਹਾਂ। ਤਿਨਾਂ ਦੇਖ ਮੇਰਾ ਮਨ ਧੀਰਾ। ਉਹਨਾਂ ਸੰਤ ਜਨਾਂ ਦੇ ਦਰਸ਼ਨ ਕਰਕੇ ਮੇਰੇ ਮਨ ਵਿੱਚ ਵੀ ਧੀਰਜ, ਹੌਸਲਾ ਵੱਝਦਾ ਹੈ। ਮੈਨੂੰ ਵੀ ਧਰਵਾਸ ਮਿਲਦੀ ਹੈ। ਮੇਰਾ ਮਨ ਧੀਰਜ ਦੇ ਸਹਿਤ ਰਹਿੰਦਾ ਹੈ। ਏਕ ਟੇਕ ਇੱਕੋ ਆਧਾਰਾ। ਇੱਕੋ ਪਰਮਾਤਮਾ 'ਤੇ ਹੀ ਟੇਕ ਹੈ ਮਨ ਅੰਦਰ। ਇੱਕ ਦਾ ਹੀ ਸਰੀਰਕ ਤੌਰ 'ਤੇ ਆਧਾਰਾ, ਆਸਰਾ ਹੈ। ਇੱਕੋ ਦੀ ਓਟ ਹੈ, ਇੱਕੋ ਦਾ ਸਹਾਰਾ ਹੈ। ਜਨ ਨਾਨਕ ਹਰ ਕੀ ਲਾਗਾ ਕਾਰਾ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮੈਂ ਜਨ ਸੇਵਕ ਹਰੀ ਪਰਮਾਤਮਾ ਦੀ ਸਿਮਰਨ ਰੂਪ ਕਾਰ ਕਰਨ ਵਿੱਚ, ਭਾਵ ਸੇਵਾ ਭਗਤੀ 'ਚ ਲੱਗਾ ਹੋਇਆ ਹਾਂ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਜੀ ਬਚਨ ਫਰਮਾ ਰਹੇ ਨੇ, ਹੈ ਕੋਈ ਐਸਾ ਹਉਮੈ ਤੋਰਾ ਹੈ। ਮਹਾਰਾਜ ਕਹਿੰਦੇ ਭਈ ਐਸਾ ਕੋਈ ਸੰਸਾਰ ਵਿੱਚ ਹੈ ਜਿਹੜਾ ਮੇਰੇ ਹਿਰਦੇ 'ਚੋਂ ਹਉਮੈ ਦੀ ਗੰਢ ਨੂੰ ਤੋੜ ਦੇ, ਹਉਮੈ ਨੂੰ ਤੋੜ ਦੇਵੇ। ਹੈ ਕੋਈ ਐਸਾ, ਕੋਈ ਐਸਾ ਹੈ ਜਿਹੜਾ ਹੰਗਤਾ ਨੂੰ ਤੋੜਦਾ ਹੈ, ਭੰਨ ਦਿੰਦਾ ਹੈ, ਖਤਮ ਕਰਦਾ ਹੈ। ਇਸ ਮਿੱਠੀ ਤੇ ਇਹ ਮਨ ਹੋ ਰਿਹਾ। ਐਸਾ ਕੋਈ ਹੋਵੇ। ਇਸ ਮਿੱਠੀ ਜਿਹੜੀ ਮਾਇਆ ਨਾ, ਇਹ ਹਉਮੈ ਲੱਗੀ ਹੋਈ ਮਾਇਆ ਦੀ ਹਉਮੈ, ਹੰਗਤਾ, ਮਮਤਾ, ਇਸ ਵੱਲੋਂ ਇਹ ਮਨ ਨੂੰ ਹੋੜ ਲੈਂਦਾ, ਜਿਹੜਾ ਵਰਜ ਦੇਵੇ। ਐਸਾ ਕੋਈ ਹੋਵੇ ਮਿਲੇ। ਰਹਾਓ ਅਗਿਆਨੀ ਮਨੁੱਖ ਭਇਆ, ਜੋ ਨਾਹੀਂ ਸੋ ਲੋਰਾ। ਇਹ ਮਾਣ ਦਾ ਖਾਧਾ ਹੋਇਆ ਮਨੁੱਖ ਅਗਿਆਨੀ ਬਣ ਰਿਹਾ ਹੈ, ਬੇਸਮਝ ਹੋ ਰਿਹਾ ਹੈ। ਜੋ ਨਾਹੀਂ, ਜੋ ਵਸਤੂ ਆਪਣੀ ਹੈ ਹੀ ਨਹੀਂ, ਜੋ ਸਾਡੇ ਨਾਲ ਰਹਿਣੀ ਨਹੀਂ, ਜਿਹਨੇ ਸਾਡਾ ਸਾਥ ਦੇਣਾ ਹੀ ਨਹੀਂ, ਜੋ ਸਾਥ ਛੱਡ ਜਾਣ ਵਾਲੀ ਵਸਤੂ ਹੈ, ਜਿਹੜੀ ਅੱਜ ਦਿਸ ਰਹੀ ਹੈ ਕੱਲ੍ਹ ਨੂੰ ਨਹੀਂ ਰਹੇਗੀ, ਜਿਹਦੀ ਹੋਂਦ ਹੀ ਨਹੀਂ, ਮਤਲਬ ਵਿਖਾਵੇ ਮਾਤਰੀ ਹੈ, ਮਿਥਿਆ ਹੈ। ਉਹ ਲੋੜਦਾ ਚਾਹੁੰਦਾ ਹੈ ਇਹ ਅਗਿਆਨੀ ਮਨੁੱਖ। ਰਹਿਣ ਅੰਧਾਰੀ ਕਾਰੀਆ। ਜੀਵਨ ਦੀ ਜਿਹੜੀ ਉਮਰ ਹੈ ਇਹ ਤਾਂ ਕਾਲੀ ਬੋਲੀ ਹਨੇਰੀ ਰਾਤ ਵਰਗੀ ਬਣ ਰਹੀ ਹੈ।
ਕਵਨ ਜੁਗਤ ਜਿਤ ਭੋਰਾ, ਉਹ ਕਿਹੜੀ ਜੁਗਤੀ ਹੈ ਜੀ ਜਿਸ ਕਰਕੇ ਭੋਰ ਦਿਨ ਚੜ੍ਹ ਜਾਏ, ਗਿਆਨ ਦਾ ਚਾਨਣ ਹੋ ਜਾਏ। ਅਵਿਦਿਆ ਦੀ, ਅਗਿਆਨਤਾ ਦੀ ਕਾਲੀ ਬੋਲੀ ਹਨੇਰੀ ਰਾਤ ਹੈ ਉਮਰ ਦੇ ਅੰਦਰ, ਉਹ ਜੁਗਤੀ ਦੱਸੋ ਵੀ ਜਿਸ ਦੁਆਰਾ ਦਿਨ ਚੜ੍ਹ ਜਾਏ, ਗਿਆਨ ਰੂਪੀ ਦਿਨ ਚੜ੍ਹ ਜਾਏ, ਸੂਰਜ ਚੜ੍ਹ ਜਾਏ। ਭਰਮ ਤੋਂ ਹਾਰਿਆ ਅਨਕ ਵਿਧੀ ਕਰ ਟੋਰਾ, ਕਹਿੰਦੇ ਭਰਮਣਾ ਵਿੱਚ ਪਏ ਹੋਏ ਭਟਕਦੇ ਭਟਕਦੇ ਹਾਰ ਹੰਭ ਚੁੱਕੇ, ਥੱਕ ਚੁੱਕੇ, ਅਨੇਕਾਂ ਵਿਧੀਆਂ ਕਰਕੇ ਟੋਲਦੇ ਹਾਂ ਪਰਮੇਸ਼ਰ ਅਕਾਲ ਪੁਰਖ ਨੂੰ। ਕਹੋ ਨਾਨਕ ਕਿਰਪਾ ਪਈ, ਢੂੰਡਿਆ ਅਨੇਕਾਂ ਵਿਧੀਆਂ ਨਾਲ ਤੇ ਫਿਰ ਕਿਰਪਾ ਹੋਈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਕਹੋ ਨਾਨਕ ਕਿਰਪਾ ਪਈ। ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਸਾਧ ਸੰਗਤ ਨਿੱਧ ਮੋਰੈ, ਤਾਂ ਹੁਣ ਇਹ ਗਿਆਤ ਹੋਈ ਕਿ ਸਾਧ ਸੰਗਤ ਵਿੱਚ ਵਸਣਾ ਹੀ ਇਹ ਮੇਰੇ ਵਾਸਤੇ ਨਿੱਧ ਹੈ, ਖਜ਼ਾਨਾ ਹੈ। ਮੇਰੀ ਸਾਧ ਸੰਗਤ ਵਿੱਚ ਜਿਹੜਾ ਜੀਵਨ ਗੁਜ਼ਰਿਆ, ਮੇਰੀ ਉਮਰ ਗੁਜ਼ਰ ਰਹੀ ਹੈ, ਇਹ ਖਜ਼ਾਨਾ ਹੀ ਮਿਲ ਗਿਆ। ਸਾਧ ਸੰਗਤ ਨਿੱਧ ਮੋਰਾ, ਮੇਰੇ ਵਾਸਤੇ ਸਾਧ ਸੰਗਤ ਹੀ ਨਿੱਧੀ ਹੈ, ਖਜ਼ਾਨਾ ਹੈ। ਇਹ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ। ਦਾਸ ਵੱਲੋਂ ਸੁਣਾਉਂਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹੋਣਗੀਆਂ। ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।